ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਪਹਿਲਾ ਦਾ ਭਾਗ ਦੂਜਾ ਕਿਰਸਾਣੀ ਵਿਦਰੋਹ ਕਾਂਡ 9 ਸਿੰਧ ਤੋਂ ਗੰਗਾ ਤੱਕ ਅਫਗਾਨ ਹਮਲਿਆਂ ਪਿੱਛੋਂ। ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਪਿੱਛੋਂ ਪੰਜਾਬ ਵਿੱਚ ਨਵੀਂ ਹੀ ਸਥਿਤੀ ਪੈਦਾ ਹੋ ਗਈ। ਅਬਦਾਲੀ ਦਾ ਪੁੱਤਰ ਤੇ ਉੱਤਰਾਧਿਕਾਰੀ ਤੈਮੂਰ ਆਪਣੇ ਪਿਤਾ ਦੀਆਂ ਜਿੱਤਾਂ 'ਚੋਂ ਸਿੰਧ ਤੋਂ ਲਹਿੰਦੇ ਪਾਸੇ ਤੇ ਕਸ਼ਮੀਰ, ਬਹਾਵਲਪੁਰ, ਮੁਲਤਾਨ ਜੋ ਉਸਨੇ ਭੰਗੀਆਂ ਤੋਂ 1780 ਈਸਵੀ ਵਿੱਚ ਜਿੱਤਿਆ ਤੇ ਸਿੰਧ ਤੋਂ ਬਿਨਾਂ ਹੋਰ ਕੁਝ ਵੀ ਆਪਣੇ ਅਧਿਕਾਰ ਹੇਠ ਨਾ ਰੱਖ ਸਕਿਆ। ਪੂਰਬੀ ਪਾਸੇ ਸਥਿਤੀ ਕਾਫੀ ਲੰਮੇ ਸਮੇਂ ਤੱਕ ਅਨਿਸ਼ਚਿਤ ਰਹੀ। ਮੁਗਲ ਸਮਰਾਟ ਅੰਗਰੇਜ਼ਾਂ ਦੀ ਅਨਿਸ਼ਚਿਤ ਅਧੀਨਤਾ ਵਿੱਚ ਇਲਾਹਾਬਾਦ ਵਿੱਚ ਰਹਿ ਰਿਹਾ ਸੀ ਤੇ ਅਵਧ ਦਾ ਨਵਾਬ ਵਜ਼ੀਰ ਉਹਨਾਂ ਦੀ ਰੱਖਿਆ ਅਧੀਨ ਸੀ। ਪਰੰਤੂ ਅੰਗਰੇਜ਼ ਆਪਣੀ ਸ਼ਕਤੀ ਗੰਗਾ ਤੋਂ ਪਾਰਲੇ ਇਲਾਕੇ ਤੱਕ ਵਧਾਉਣ ਲਈ ਤਿਆਰ ਨਹੀਂ ਸਨ। ਦਿੱਲੀ ਦਾ ਪ੍ਰਬੰਧ ਗੈਰ ਹਾਜ਼ਰ ਸਮਰਾਟ ਦੇ ਨਾਮ 'ਤੇ ਨਜੀਬ-ਉਦ-ਦੌਲਾ ਚਲਾ ਰਿਹਾ ਸੀ, ਪਰੰਤੂ ਉਸ ਦੀ ਹੁਕੂਮਤ ਵੀ ਦਿੱਲੀ ਸ਼ਹਿਰ ਦੀਆਂ ਦੀਵਾਰਾਂ ਤੋਂ 50 ਮੀਲ ਪਰੇ ਨਹੀਂ ਚੱਲਦੀ ਸੀ, ਕਿਉਂਕਿ ਸਿੱਖਾਂ, ਰੋਹੇਲਿਆਂ, ਜਾਟਾਂ, ਰਾਜਪੂਤਾਂ ਤੇ ਮਰਾਠਿਆਂ ਦੇ ਝਗੜਾਲੂ ਲੁਟੇਰੇ ਦਲ ਮੁਲਕ ਵਿੱਚ ਘੁੰਮਦੇ ਫਿਰਦੇ ਸਨ ਤੇ ਆਪਣੇ ਦਲ ਦੇ ਆਗੂ ਤੋਂ ਬਿਨਾਂ ਕਿਸੇ ਦੀ ਸਰਦਾਰੀ ਪ੍ਰਵਾਨ ਨਹੀਂ ਕਰਦੇ ਸਨ। ਇਹ ਹਾਲਤ ਉਸ ਸਮੇਂ ਤੱਕ ਜਾਰੀ ਰਹੀ ਜਦ ਤੱਕ ਮਰਹਟਿਆਂ ਨੇ ਦਿੱਲੀ 'ਤੇ ਅਧਿਕਾਰ ਨਾ ਕਰ ਲਿਆ। ਭਾਵੇਂ ਉਹਨਾਂ ਨੂੰ ਪਾਣੀਪਤ ਦੇ ਮੈਦਾਨ ਵਿੱਚ ਅਤਿਅੰਤ ਦੁਖਦਾਈ ਹਾਰ ਹੋਈ ਸੀ, ਪਰੰਤੂ 8 ਸਾਲਾਂ ਵਿੱਚ ਉਹਨਾਂ ਨੇ ਆਪਣੇ ਭਾਰਤੀ ਵਿਰੋਧੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਪ੍ਰਾਪਤ ਕਰ ਲਈ ਸੀ। 1769 ਈਸਵੀ ਵਿੱਚ ਪੇਸ਼ਵਾ ਮਾਧਵਰਾਓ ਨੇ ਮੁਗਲ ਸਮਰਾਟ ਤੇ ਉਸਦੇ ਨਾਇਬ ਨਜੀਬ-ਉਦ-ਦੌਲਾ ਨਾਲ ਸਮਝੌਤੇ ਲਈ ਗੱਲਬਾਤ ਸ਼ੁਰੂ ਕੀਤੀ। 3 ਸਾਲ ਮਗਰੋਂ, ਜਿਸ ਸਾਲ ਅਬਦਾਲੀ ਮਰਿਆ, ਮਹਾਦਜੀ ਸਿੰਧੀਆ ਨੇ ਸ਼ਾਹ ਆਲਮ ਸ਼ਾਨੀ ਨੂੰ ਲਾਲ ਕਿਲ੍ਹੇ ਵਿੱਚ ਉਸਦੇ ਪੂਰਵਜਾਂ ਦੇ ਤਖ਼ਤ 'ਤੇ ਬਿਠਾਇਆ ਤੇ ਰਾਜਧਾਨੀ ਵਿੱਚ ਅਮਨ ਕਾਨੂੰਨ ਦੀ ਹਾਲਤ ਦੀ ਪੁਨਰ ਸਥਾਪਨਾ ਕੀਤੀ। ਇੱਕ ਪਾਸੇ ਚੁੱਪ-ਚਾਪ ਅਫਗਾਨ ਤੇ ਦੂਸਰੇ ਪਾਸੇ ਮਰਹੱਟੇ ਦਿੱਲੀ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਵਿੱਚ ਰੁੱਝੇ ਹੋਣ ਕਾਰਨ ਸਿੰਧ ਤੋਂ ਜਮਨਾ ਤੱਕ ਦਾ ਖੇਤਰ ਸਿੱਖਾਂ ਲਈ ਖੁੱਲ੍ਹਾ ਸੀ। ਉਹ ਤੁਰਤ ਹੀ ਇਸ ਨੂੰ ਆਪਸ ਵਿੱਚ ਵੰਡਣ ਲੱਗੇ। ਘੋੜਸਵਾਰ ਵੱਖ-ਵੱਖ ਪਾਸੇ ਖਪਤੀਆਂ ਵਾਂਗ ਘੋੜੇ ਸਰਪਟ ਦੌੜਾਈ ਫਿਰਦੇ ਤੇ ਆਪਣੀ ਕੋਈ ਨਿਸ਼ਾਨੀ ਜਿਵੇਂ ਦਸਤਾਰ ਜਾਂ ਜੁੱਤੀ ਰੱਖ ਕੇ ਪਿੰਡੋ ਪਿੰਡ ਆਪਣੀ ਮਾਲਕੀ ਦੇ ਦਾਅਵੇ ਕਰਦੇ ਫਿਰਦੇ, ਕਿਉਂਕਿ ਹੁਣ ਬਾਹਰੋਂ ਕਿਸੇ ਹਮਲੇ ਦਾ ਡਰ ਨਹੀਂ ਸੀ ਤੇ ਅਧਿਕਾਰ ਜਮਾਉਣ ਲਈ ਜ਼ਮੀਨ ਬਹੁਤ ਸੀ। ਇਸ ਲਈ ਮਿਸਲਾਂ ਦੇ ਸੰਗਠਨ ਵਿੱਚ ਏਕਤਾ ਦੀ ਘਾਟ ਆਉਣੀ ਸ਼ੁਰੂ ਹੋ ਗਈ। ਲੋਕ ਇੱਕ ਜਾਂ ਦੂਸਰੀ ਮਿਸਲ ਦੀ ਅਧੀਨਗੀ ਕੇਵਲ ਇਸ ਲਈ ਕਬੂਲ ਕਰਦੇ ਸਨ ਕਿਉਂਕਿ ਉਹ ਇਸ ਤਰ੍ਹਾਂ ਆਪਣੀ ਮਿਲਕ ਸੁਰੱਖਿਆ ਰੱਖ ਸਕਦੇ ਸਨ ਜਾਂ ਇਸ ਵਿੱਚ ਵਾਧਾ ਕਰ ਸਕਦੇ ਸਨ। ਸਰਬੱਤ ਖਾਲਸਾ ਸ਼ੇਸ਼ਨਾਗ ਬਹੁਫਣੀਆਂ ਸੱਪ ਬਣ ਗਿਆ ਸੀ। ਇਸ ਤਰ੍ਹਾਂ ਆਪਸ ਵਿੱਚ ਅੱਡੋ ਪਾਟੀ ਹੋਏ ਸਿੱਖ ਅਫਗਾਨਾਂ, ਮਰਾਠਿਆਂ ਤੇ ਅੰਗਰੇਜ਼ਾਂ ਨਾਲ ਟੱਕਰ ਨਾ ਲੈ ਸਕੇ। ਸਪਸ਼ਟਤਾ ਲਈ ਸਤਲੁਜ ਪਾਰ ਦੇ ਖੇਤਰ, ਮਾਝਾ ਤੇ ਜਲੰਧਰ ਦੁਆਬ ਦੀਆਂ ਮਿਸਲਾਂ ਦੇ ਵਿਸਥਾਰਵਾਦੀ ਤੇ ਝਗੜਿਆਂ ਦੇ ਦੌਰ ਦਾ ਤੇ ਸਤਲੁਜ ਤੋਂ ਦੱਖਣ ਦੀਆਂ ਮਾਲਵਾ ਸਿੱਖ ਮਿਸਲਾਂ ਦਾ ਵੱਖਰਾ ਨਿਰੀਖਣ ਕਰਨਾ ਬਿਹਤਰ ਰਹੇਗਾ। ਮਾਝੇ ਤੇ ਜਲੰਧਰ ਦੁਆਬ ਦੀਆਂ ਮਿਸਲਾਂ ਦਾ ਵਿਸਤਾਰ। ਆਖਰੀ ਵਾਰ ਅਬਦਾਲੀ ਦੇ ਸਿੰਧ ਪਾਰ ਕਰਨ ਤੋਂ ਤੁਰਤ ਪਿੱਛੋਂ ਸਿੱਖ ਪੰਜਾਬ ਉੱਪਰ ਕਬਜ਼ਾ ਕਰਨ ਲੱਗੇ। ਜੱਸਾ ਸਿੰਘ ਨੇ ਆਪਣਾ ਅਧਿਕਾਰ ਸਤਲੁਜ ਦਰਿਆ ਦੇ ਨਾਲ ਪੱਕਾ ਕਰ ਲਿਆ ਤੇ ਕਪੂਰਥਲਾ ਤੇ ਸੁਲਤਾਨਪੁਰ ਉੱਤੇ ਅਧਿਕਾਰ ਕਰ ਲਿਆ। ਰਾਮਗੜੀਆ ਮਿਸਲ ਨੇ ਕਾਂਗੜਾ, ਨੂਰਪੁਰ, ਚੰਬਾ, ਬਸੌਲੀ ਤੇ ਮੰਡੀ ਤੋਂ ਖਰਾਜ ਉਗਰਾਇਆ। ਕਨਈਆ ਨੇ ਵੀ ਉਹਨਾਂ ਦੇ ਮਗਰ ਜਾ ਕੇ ਕਾਂਗੜੇ ਦੇ ਕਿਲੇ 'ਤੇ ਕਬਜ਼ਾ ਕਰ ਲਿਆ। ਜੰਮੂ ਦੀ ਡੋਗਰਾ ਰਿਆਸਤ ਮਿਸਲਾਂ ਵਿੱਚ ਲੜਾਈ ਦਾ ਕਾਰਨ ਬਣ ਗਈ। ਭੰਗੀਆਂ ਨੇ ਸਭ ਤੋਂ ਪਹਿਲਾਂ ਡੋਗਰਿਆਂ ਤੋਂ ਕਰ ਉਗਰਾਇਆ। ਕਨਈਏ ਤੇ ਸ਼ੁਕਰ ਚੱਕੀਏ ਜੋ ਭੰਗੀਆਂ ਤੋਂ ਮਗਰੋਂ ਗਏ ਧਨੀ ਸ਼ਹਿਰ ਦੀ ਦੌਲਤ ਲੁੱਟਣ ਉੱਪਰ ਹੀ ਆਪਸ ਵਿੱਚ ਲੜ ਪਏ। ਅਫਗਾਨਾਂ ਦੀਆਂ ਵਫਾਦਾਰ ਮੁਸਲਿਮ ਰਿਆਸਤਾਂ ਨੂੰ ਲੁੱਟਣ ਦਾ ਕੰਮ ਕਨਈਆ, ਭੰਗੀਆਂ ਤੇ ਸ਼ੁਕਰ ਚੱਕੀਆ ਨੇ ਕੀਤਾ। ਕਨਈਆ ਨੇ ਆਪਣੀ ਸ਼ਕਤੀ ਰਾਵੀ ਦੀਆਂ ਦੱਖਣੀ ਸ਼ਾਖਾਵਾਂ ਤੋਂ ਹੜੱਪਾ ਤੇ ਉਸ ਤੋਂ ਪਰੇ ਤੱਕ ਵਧਾ ਲਈ। ਸ਼ੁਕਰ ਚੱਕੀਏ ਗੁਜਰਾਂਵਾਲੇ ਦੇ ਚਾਰੇ ਪਾਸੇ ਫੈਲ ਗਏ। ਜਿਹੜੀ ਮਿਸਲ ਪੱਛਮੀ ਪੰਜਾਬ ਵਿੱਚ ਸਭ ਤੋਂ ਵਧੇਰੇ ਤਾਕਤਵਰ ਬਣੀ ਉਹ ਹਰੀ ਸਿੰਘ। ਉਹ 1765 ਈਸਵੀ ਵਿੱਚ ਮਰ ਗਿਆ। ਉਸ ਦੇ 2 ਪੁੱਤਰਾਂ ਝੰਡਾ ਸਿੰਘ ਤੇ ਗੰਡਾ ਸਿੰਘ ਤੇ ਉਹਨਾਂ ਦੇ ਅਨੇਕਾਂ ਨਾਤੇਦਾਰਾਂ ਅਧੀਨ ਭੰਗੀ ਮਿਸਲ ਸੀ। ਭੰਗੀਆਂ ਨੇ ਪੰਜਾਬ ਦੇ 2 ਪ੍ਰਮੁੱਖ ਸ਼ਹਿਰਾਂ ਲਾਹੌਰ ਅਤੇ ਅੰਮ੍ਰਿਤਸਰ ਉੱਪਰ ਅਧਿਕਾਰ ਕਰ ਲਿਆ। ਉਹਨਾਂ ਨੇ ਆਹਲੂਵਾਲੀਆ ਨਾਲ ਮਿਲ ਕੇ ਕਸੂਰ ਦੇ ਪਠਾਨਾਂ ਨੂੰ ਹਰਾਇਆ ਤੇ ਉਹਨਾਂ ਨੂੰ ਆਪਣੇ ਅਧੀਨ ਕਰਕੇ ਖਰਾਜ ਵਸੂਲ ਕੀਤਾ। 1772 ਈਸਵੀ ਵਿੱਚ ਭੰਗੀਆਂ ਨੇ ਮੁਲਤਾਨ 'ਤੇ ਕਬਜ਼ਾ ਕੀਤਾ ਤੇ 8 ਸਾਲ ਉਸਨੇ ਆਪਣੇ ਅਧੀਨ ਰੱਖਿਆ, ਜੋ ਮੁੜ ਕੇ ਫਿਰ ਅਫਗਾਨਾਂ ਨੇ ਜਿੱਤ ਲਿਆ। ਝੰਡਾ ਸਿੰਘ ਨੇ ਜੇਹਲਮ ਤੇ ਸਿੰਧ ਦੇ ਵਿਚਕਾਰ ਬਲੋਚ ਕਬੀਲਿਆਂ ਨੂੰ ਆਪਣੇ ਅਧੀਨ ਕੀਤਾ। ਮਨਕੇਰਾ ਤੋਂ ਖਰਾਜ ਲਿਆ, ਫਿਰ ਸਿੰਧ ਪਾਰ ਕਰਕੇ ਕਾਲਾਬਾਗ ਜਿੱਤਿਆ। ਉਸ ਸਮੇਂ ਹੀ ਗੁੱਜਰ ਸਿੰਘ ਭੰਗੀ ਨੇ ਸਿਲਸਿਲੇਵਾਰ ਉੱਤਰ ਤੋਂ ਹੋਰ ਉੱਤਰ ਵਿੱਚ ਗਖੜਾ, ਜੰਜੂਆਂ, ਆਵਾਣਾ, ਖੱਟੜਾਂ ਤੇ ਹੋਰ ਮੁਸਲਿਮ ਕਬੀਲਿਆਂ ਨੂੰ ਹਰਾਇਆ। ਉਸ ਦਾ ਨਾਇਬ ਮਿਲਖਾ ਸਿੰਘ
ਹੋਰ ਅੱਗੇ ਵਧਿਆ ਤੇ ਉਸਨੇ ਆਪਣੀ ਰਾਜਧਾਨੀ ਰਾਵਲਪਿੰਡੀ ਨੂੰ ਬਣਾ ਕੇ ਪਿੰਡੀ ਘੇਵ ਫਤਿਹ ਜੰਗ ਤੇ ਅਟਕ ਤੇ ਅਧਿਕਾਰ ਕਰ ਲਿਆ। ਮਾਲਵਾ ਦੀਆਂ ਮਿਸਰਾਂ ਦਾ ਵਿਸਤਾਰ। ਇਸ ਤਸੱਲੀ ਨਾਲ ਕਿ ਪਿਛਲਾ ਪਾਸਾ ਸੁਰੱਖਿਅਤ ਸੀ, ਮਲਵਈਆ ਨੇ ਪੂਰਬ ਵੱਲ ਵਧਣਾ ਸ਼ੁਰੂ ਕੀਤਾ ਤੇ ਉਹ ਗੰਗਾ ਜਮਨਾ ਦੁਆਬ ਤੇ ਗੰਗਾ ਤੋਂ ਅੱਗੇ ਨਵਾਬ ਵਜ਼ੀਰ ਅਵਧ ਤੇ ਉਸ ਦੇ ਅੰਗਰੇਜ਼ ਸਰਪ੍ਰਸਤਾਂ ਲਈ ਇੱਕ ਹਊਆ ਬਣ ਗਏ। ਮਲਵਈਆ ਦੇ ਜਮਨਾ ਦੇ ਨਾਲ ਤੇ ਜਮਨਾ ਤੋਂ ਪਾਰਲੇ ਇਲਾਕਿਆਂ ਉੱਪਰ ਧਾਵਿਆਂ ਨਾਲ ਉਹਨਾਂ ਦਾ ਜਾਟਾਂ, ਰੋਹੇਲਿਆਂ, ਮੁਗਲਾਂ, ਮਰਾਠਿਆਂ, ਰਾਜਪੂਤਾਂ ਤੇ ਅੰਗਰੇਜ਼ਾਂ ਨਾਲ ਸੰਘਰਸ਼ ਹੋਇਆ। ਜਮਨਾ ਤੋਂ ਪਾਰ ਜਨਵਰੀ 1770 ਵਿੱਚ 20,000 ਤੋਂ ਜ਼ਿਆਦਾ ਸਿੱਖ ਘੋੜਸਵਾਰਾਂ ਨੇ ਪਾਣੀਪਤ 'ਤੇ ਹਮਲਾ ਕੀਤਾ ਤੇ ਨਜੀਬ ਉਦ-ਦੌਲਾ ਦੇ ਪੁੱਤਰ ਜ਼ਾਬਤਾ ਖਾਨ ਨਾਲ ਨਿਰਣੈ ਰਹਿਤ ਲੜਾਈ ਲੜ ਕੇ ਜਮਨਾ ਪਾਰ ਕਰ ਗਏ ਤੇ ਅਲੀਗੜ੍ਹ ਜਾ ਕੇ ਡੇਰਾ ਲਾ ਲਿਆ। ਉਹ ਜਾਟਾਂ ਤੇ ਮਰਾਠਿਆਂ ਦੀ ਜ਼ਿਆਦਾ ਫੌਜ ਵੇਖ ਕੇ ਪਿੱਛੇ ਹਟ ਗਏ ਤੇ ਮਗਰੋਂ ਉਹਨਾਂ ਨੇ ਪਾਣੀਪਤ, ਸੋਨੀਪਤ ਤੇ ਕਰਨਾਲ ਦੇ ਉਦਾਲੇ ਦੇ ਪਿੰਡਾਂ ਨੂੰ ਲੁੱਟਿਆ। 2 ਸਾਲ ਮਗਰੋਂ ਮਲਵਈਆਂ ਦੀ ਮਰਾਠਿਆਂ ਨਾਲ ਫਿਰ ਟੱਕਰ ਹੋ ਗਈ, ਜੋ ਸਰਹਿੰਦ ਵਿੱਚ ਆਵੜੇ ਸਨ। ਉਹਨਾਂ ਨੇ ਮਰਾਠਿਆਂ ਨੂੰ ਮਾਲਵੇ ਵਿੱਚੋਂ ਕੱਢ ਦਿੱਤਾ ਤੇ ਉਹ ਜਿੱਤਦੇ ਹੋਏ ਜਮਨਾ ਪਾਰ ਕਰ ਗਏ। ਫਿਰ ਤਾਂ ਉਹਨਾਂ ਦੀ ਫਸਲ ਪੱਕਣ ਪਿੱਛੋਂ ਹਮਲਾ ਕਰਨਾ ਇੱਕ ਨਿਰੰਤਰ ਖਾਸੀਅਤ ਬਣ ਗਈ। ਉਹਨਾਂ ਦੀ ਕਾਰਜਵਿਧੀ ਦਾ ਫਰੈਂਕਲਿਨ ਨੇ ਇਸ ਤਰ੍ਹਾਂ ਵਰਣਨ ਕੀਤਾ ਹੈ: ਜਦੋਂ ਉਹਨਾਂ ਦਾ ਕਿਸੇ ਗੁਆਂਢੀ ਰਿਆਸਤ 'ਤੇ ਹਮਲਾ ਕਰਨ ਦਾ ਇਰਾਦਾ ਹੋਵੇ ਤਾਂ ਉਹ ਛੋਟੀਆਂ-ਛੋਟੀਆਂ ਟੁਕੜੀਆਂ ਵਿੱਚ ਉਸ ਦੀ ਸੀਮਾ 'ਤੇ ਪਹੁੰਚ ਜਾਂਦੇ ਹਨ। ਪਹਿਲਾਂ ਉਹ ਕਰ ਜਾਂ ਰਾਖੀ ਮੰਗਦੇ ਹਨ। ਜੇ ਤਾਂ ਉਹਨਾਂ ਦੀ ਮੰਗ ਪ੍ਰਵਾਨ ਕਰ ਲਈ ਜਾਂਦੀ ਹੈ ਤਾਂ ਉਹ ਚੁੱਪ-ਚਾਪ ਵਾਪਸ ਮੁੜ ਜਾਂਦੇ ਹਨ, ਪਰ ਜੇ ਇਨਕਾਰ ਹੋ ਜਾਂਦਾ ਹੈ ਤਾਂ ਲੜਾਈ ਸ਼ੁਰੂ ਹੋ ਜਾਂਦੀ ਹੈ ਤੇ ਸਿੱਖ ਇਸ ਤਰ੍ਹਾਂ ਅੱਗੇ ਵਧਦੇ ਹੋਏ ਸਾਰਾ ਇਲਾਕਾ ਤਬਾਹ ਕਰ ਦਿੰਦੇ ਨੇ ਤੇ ਆਪਣੇ ਨਾਲ ਵੱਧ ਤੋਂ ਵੱਧ ਉੱਥੋਂ ਦੇ ਵਸਨੀਕਾਂ ਨੂੰ ਕੈਦੀ ਬਣਾ ਕੇ ਲੈ ਜਾਂਦੇ ਨੇ ਤੇ ਪਸ਼ੂ ਡੰਗਰ ਵੀ ਲੈ ਜਾਂਦੇ ਹਨ। ਸਿੱਖ ਰੋਹੇਲਾ ਗੱਠਜੋੜ। ਦਸੰਬਰ 1773 ਈਸਵੀ ਵਿੱਚ ਸਿੱਖਾਂ ਨੇ ਜ਼ਾਬਤਾ ਖਾਂ ਰੋਹੇਲਾ ਦਾ ਇਲਾਕਾ ਸਮੇਤ ਨਨੌਤਾ ਤੇ ਜਲਾਲਾਬਾਦ ਸ਼ਹਿਰਾਂ ਦੇ ਲੁੱਟਿਆ। 1 ਮਹੀਨਾ ਮਗਰੋਂ ਸਿੱਖਾਂ ਨੇ ਦਿੱਲੀ ਦੇ ਉਪਨਗਰ ਤੇ ਬਸਤੀਆਂ ਲੁੱਟੀਆਂ। ਮੁਗਲ ਦਰਬਾਰ ਬੜੀ ਦੁਵਿਧਾ ਤੇ ਪਰੇਸ਼ਾਨੀ ਵਿੱਚ ਸੀ। ਰਾਜਧਾਨੀ ਵਿੱਚ ਸਭ ਤੋਂ ਯੋਗ ਵਿਅਕਤੀ ਨਜਬ ਖਾਂ ਸੀ, ਪਰ ਉਸ ਦੀਆਂ ਯੋਜਨਾਵਾਂ ਆਮ ਕਰਕੇ ਇੱਕ ਨਵੇਂ ਬਣੇ ਰਾਈਸ ਸ਼ਸ਼ੂਰ ਤੇ ਹੋਛੇ ਅਬਦੁਲ ਅਹਿਮਦ ਖਾਂ ਵੱਲੋਂ ਨਿਸਫਲ ਕਰ ਦਿੱਤੀਆਂ ਜਾਂਦੀਆਂ ਸਨ, ਕਿਉਂਕਿ ਬਾਦਸ਼ਾਹ ਦੀ ਸਲਾਹ 'ਤੇ ਚੱਲਦਾ ਸੀ। ਨਜਬ ਖਾਂ ਇਰਾਨੀ ਸ਼ੀਆ ਮੁਸਲਮਾਨ ਸੀ। ਅਬਦੁਲ ਖਾਂ ਜੋ ਕਸ਼ਮੀਰੀ ਸੁੰਨੀ ਮੁਸਲਮਾਨ ਸੀ, ਫਿਰਕਿਆਂ ਤੇ ਜਾਤੀਗਤ ਵਖਰੇਵਿਆਂ ਦੀ ਆਪਣੇ ਲਾਭਾਂ ਲਈ ਵਰਤੋਂ ਕਰਦਾ ਸੀ। ਨਜਬ ਖਾਂ ਸਿੱਖਾਂ ਵਿਰੁੱਧ ਸਖਤ ਕਦਮ ਉਠਾਉਣੇ ਚਾਹੁੰਦਾ ਸੀ ਤੇ ਉਸਨੇ ਰੋਹੇਲਿਆਂ ਨੂੰ ਆਪਣੇ ਨਾਲ ਮਿਲਾਉਣ ਦੀ ਪੂਰੀ ਕੋਸ਼ਿਸ਼ ਵੀ ਕੀਤੀ। ਅਬਦੁਲ ਅਹਿਮਦ ਖਾਂ ਦੀ ਵੱਡੀ ਖਾਹਿਸ਼ ਇਰਾਨੀਆਂ ਨੂੰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੋਣ ਤੋਂ ਰੋਕਣਾ ਸੀ ਤੇ ਉਹ ਸਿੱਖਾਂ ਦੀ ਨਜਬ ਖਾਂ ਉੱਪਰ ਕਦੇ-ਕਦਾਈ ਜਿੱਦ ਦੇ ਵੀ ਵਿਰੁੱਧ ਨਹੀਂ ਸੀ। ਇਸ ਤਰ੍ਹਾਂ ਦੀਆਂ ਵੱਖ-ਵੱਖ ਸਲਾਹਾਂ ਦੇਣ ਕਾਰਨ ਸਮਰਾਟ ਨੇ ਪਹਿਲਾਂ ਤਾਂ ਸਿੱਖਾਂ ਨੂੰ ਨੌਕਰੀ ਦੀ ਪੇਸ਼ਕਸ਼ ਕਰਕੇ ਖਰੀਦਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਸ ਨੂੰ ਇਸ ਵਿੱਚ ਸਫਲਤਾ ਨਾ ਮਿਲੀ ਤਾਂ ਉਸਨੇ ਅਬਦੁਲ ਅਹਿਮਦ ਖਾਂ ਨੂੰ ਸਰਦਾਨਾ ਦੀ ਬੇਗਮ ਸਮਰੂ ਦੇ ਜਰਮਨ ਆਸ਼ਕ ਵਾਲਟਰ ਰੇਨਬਾਰਟ ਦੀਆਂ ਸੇਵਾਵਾਂ ਲੈਣ ਦੀ ਆਗਿਆ ਦੇ ਦਿੱਤੀ। ਮਲਵਈਆਂ ਨੇ ਰੇਨਬਾਰਟ ਨੂੰ ਮਾਰ ਦਿੱਤਾ ਤੇ ਦਿੱਲੀ ਦੀਆਂ ਉਪਨਗਰੀਆਂ ਨੂੰ ਲੁੱਟਣ ਲੱਗੇ। ਅਗਲੀ ਲੜਾਈ ਸਿੱਖਾਂ ਵਿਰੁੱਧ ਨਜਬ ਖਾਂ ਨੇ ਲੜੀ। ਪਾਣੀਪਤ ਦਾ ਸੂਬੇਦਾਰ ਮੁੱਲਾ ਰਹੀਮਦਾਦ ਖਾਂ ਅਮਰ ਸਿੰਘ ਪਟਿਆਲਾ ਤੇ ਗਜਪਤ ਸਿੰਘ ਜੀਂਦ ਦੀਆਂ ਸਾਂਝੀਆਂ ਫੌਜਾਂ ਵਿਰੁੱਧ ਲੜਦਾ ਹੋਇਆ ਇੱਕ ਲੜਾਈ ਵਿੱਚ ਮਾਰਿਆ ਗਿਆ। ਪਿੱਛੋਂ ਦੋਹਾਂ ਧਿਰਾਂ ਵਿੱਚ ਨਜਬ ਖਾਂ ਵੱਲੋਂ ਆਪਣੇ ਅਧਿਕਾਰ ਵਿੱਚ ਇਲਾਕੇ ਲੈਣ ਬਾਰੇ ਸਮਝੌਤਾ ਕਰਾਇਆ ਗਿਆ, ਪਰ ਦੋਹਾਂ ਧਿਰਾਂ ਨੇ ਇਸ ਦੀ ਪਰਵਾਹ ਨਾ ਕੀਤੀ। ਮਲਵਈਆਂ ਨੇ ਹੁਣ ਆਪਣਾ ਧਿਆਨ ਰੋਹੇਲਿਆਂ ਵੱਲ ਕੀਤਾ। 1775 ਈਸਵੀ ਦੀ ਬਸੰਤ ਰੁੱਤ ਵਿੱਚ ਰਾਏ ਸਿੰਘ ਭੰਗੀ, ਬਘੇਲ ਸਿੰਘ, ਕਰੋੜ ਸਿੰਘੀਆ ਤੇ ਤਾਰਾ ਸਿੰਘ ਘੇਬਾ ਨੇ ਆਪਣੇ ਘੋੜਸਵਾਰਾਂ ਸਮੇਤ ਜਮਨਾ ਪਾਰ ਕਰਕੇ ਜ਼ਾਬਤਾ ਖਾਂ ਦੇ ਇਲਾਕੇ ਨੂੰ ਬਕਾਇਦਾ ਲੁੱਟਣਾ ਸ਼ੁਰੂ ਕਰ ਦਿੱਤਾ। ਰੋਹੇਲਿਆਂ ਨੂੰ ਮੁਗਲਾਂ ਵੱਲੋਂ ਸਹਾਇਤਾ ਮਿਲਣ ਦੀ ਕੋਈ ਆਸ ਨਹੀਂ ਸੀ, ਜਿਨ੍ਹਾਂ ਨੂੰ ਉਸਨੇ ਗੁੱਸੇ ਕਰ ਲਿਆ ਸੀ। ਨਾ ਹੀ ਉਸਨੂੰ ਆਪਣੇ ਪੂਰਬੀ ਗੁਆਂਢੀਆਂ ਨਵਾਬ ਵਜ਼ੀਰ ਅਵਧ ਤੇ ਅੰਗਰੇਜ਼ਾਂ ਤੋਂ ਕੋਈ ਆਸ ਸੀ। ਨਿਰਾਸ਼ ਹੋ ਕੇ ਉਸਨੇ ਮਲਵਈਆਂ ਨੂੰ ਭਾਰੀ ਰਕਮ ਦੀ ਪੇਸ਼ਕਸ਼ ਕੀਤੀ ਤੇ ਉਹਨਾਂ ਸਾਹਮਣੇ ਖਾਲਸਾ ਭੂਮੀ ਯਾਨੀ ਸ਼ਾਹੀ ਜ਼ਮੀਨ ਲੁੱਟਣ ਦੀ ਤਜਵੀਜ਼ ਰੱਖੀ। ਮਿਸਲਦਾਰ ਬਣ ਗਏ ਤੇ ਸਿੱਖਾਂ ਤੇ ਰੋਹੇਲਿਆਂ ਦੀਆਂ ਸਾਂਝੀਆਂ ਫੌਜਾਂ ਨੇ ਵਰਤਮਾਨ ਨਵੀਂ ਦਿੱਲੀ ਦੇ ਉਦਾਲੇ ਪਿੰਡਾਂ ਨੂੰ ਲੁੱਟਿਆ। ਮਾਰਚ 1776 ਵਿੱਚ ਉਹਨਾਂ ਨੇ ਸ਼ਾਹੀ ਫੌਜਾਂ ਨੂੰ ਮੁਜ਼ੱਫਰਪੁਰ ਨੇੜੇ ਹਰਾਇਆ। ਹੁਣ ਸਾਰਾ ਗੰਗਾ ਜਮਨਾ ਦੁਆਬਾ ਉਹਨਾਂ ਦੇ ਰਹਿਮ 'ਤੇ ਸੀ। ਉਹ ਦੁਆਬੇ ਉੱਪਰ ਆਪਣਾ ਅਧਿਕਾਰ ਕਾਇਮ ਕਰਕੇ ਫਿਰ ਦਿੱਲੀ ਦੇ ਦਰਵਾਜ਼ਿਆਂ ਤੱਕ ਪਹੁੰਚ ਗਏ। ਸਮਰਾਟ ਨੇ ਮਜਬੂਰ ਹੋ ਕੇ ਬਾਗੀ ਜ਼ਾਬਤਾ ਖਾਂ ਦਾ ਸਵਾਗਤ ਕੀਤਾ ਤੇ ਉਸ ਨੂੰ ਮਾਫ ਕਰ ਦਿੱਤਾ। ਸਿੱਖ ਨਜਬ ਖਾਂ ਵਿਰੁੱਧ ਰੋਹੇਲਿਆਂ ਦੀ ਹਾਰ। ਮਲਵਈ ਸਿੱਖਾਂ ਨੂੰ ਭਾੜੇ ਦੇ ਨੌਕਰ ਰੱਖਣ ਲਈ ਹਰ ਕੋਈ ਉਤਾਵਲਾ ਸੀ। ਨਵਾਬ ਵਜ਼ੀਰ ਅਵਧ, ਮੁਗਲ, ਰੋਹੇਲੇ ਗੱਲ ਕੀ ਸਭ ਹੀ ਉਹਨਾਂ ਨੂੰ ਉਦਾਰ ਸ਼ਰਤਾਂ ਨਾਲ ਨੌਕਰ ਰੱਖਣ ਲਈ ਤਿਆਰ ਸਨ। ਮਲਵਈਆਂ ਨੇ ਜ਼ਾਬਤਾ ਖਾਂ ਨੂੰ ਵਚਨ ਦਿੱਤਾ ਸੀ। ਉਹ ਕੁਝ ਸਮਾਂ ਤਾਂ ਇਹ ਲਵਾਉਣੀਆਂ ਪੇਸ਼ਕਸ਼ਾਂ ਦਾ ਵਿਰੋਧ ਕਰਦੇ ਰਹੇ। ਇਸ ਦੌਰਾਨ ਨਜਬ ਖਾਂ 47 ਮਰਹੱਟਿਆਂ ਵੱਲ ਮੁੜਿਆ ਅਤੇ 1776 ਤੋਂ ਲੈ ਕੇ 1777 ਦੀਆਂ ਗਰਮੀਆਂ ਤੱਕ ਸਿੱਖਾਂ ਤੇ ਰੋਹੇਲਿਆਂ ਦੇ ਸਾਂਝੇ ਘੁੰਮਦੇ ਦਲਾਂ ਦੀ ਇੱਕ ਪਾਸੇ ਤੇ ਦੂਸਰੇ ਪਾਸੇ ਮੁਗਲ ਤੇ ਮਰਹੱਟਾ ਘੋੜਸਵਾਰਾਂ ਦੀਆਂ ਜਮਨਾ ਦੇ ਕਿਨਾਰੇ ਝੜਪਾਂ ਹੁੰਦੀਆਂ ਰਹੀਆਂ।
1777 ਦੀ ਮੌਨਸੂਨ ਵਿੱਚ ਨਜਬ ਖਾਨ ਰੋਹੇਲਿਆਂ ਨੂੰ ਸਿੱਖਾਂ ਨੂੰ ਵੱਖ ਕਰਨ ਵਿੱਚ ਸਫਲ ਹੋ ਗਿਆ ਤੇ ਉਸਨੇ ਰੋਹੇਲਿਆਂ ਨੂੰ ਜ਼ਬਰਦਸਤ ਹਾਰ ਦਿੱਤੀ। ਜ਼ਬਤਾ ਖਾਂ ਹੁਣ ਪੂਰੀ ਤਰ੍ਹਾਂ ਸਿੱਖਾਂ ਦੇ ਰਹਿਮ 'ਤੇ ਸੀ। ਕਿਹਾ ਜਾਂਦਾ ਕਿ ਉਸਨੇ ਸਿੱਖ ਧਰਮ ਅਪਣਾ ਲਿਆ ਤੇ ਜਿਵੇਂ ਉਸ ਸਮੇਂ ਕਹਾਵਤ ਪ੍ਰਚਲਿਤ ਹੋਈ, ਉਹ ਅੱਧਾ ਸਿੱਖ ਤੇ ਅੱਧਾ ਰੋਹੇਲਾ ਬਣ ਗਿਆ। ਸਿੱਖਾਂ ਵੱਲੋਂ ਜ਼ਾਬਤਾ ਖਾਨ ਨੂੰ ਉਹਦੇ ਇਲਾਕੇ ਵਿੱਚ ਮੁੜ ਸਥਾਪਿਤ ਕਰਨ ਦੇ ਸਭ ਯਤਨਾਂ ਨੂੰ ਸਾਸੀ ਨਜਬ ਖਾਂ ਨੇ ਅਸਫਲ ਬਣਾ ਦਿੱਤਾ। ਪਰ 1778 ਵਿੱਚ ਜਦੋਂ ਨਜਬ ਖਾਂ ਅਲਵਰ ਗਿਆ ਹੋਇਆ ਸੀ, ਸਿੱਖ ਬੇਧੜਕ ਹੋ ਕੇ ਰਾਜਧਾਨੀ ਵਿੱਚ ਦਾਖਲ ਹੋ ਗਏ ਤੇ ਅਬਦੁਲ ਅਹਿਮਦ ਖਾਂ ਦੀ ਪ੍ਰਾਹੁਣਾਚਾਰੀ ਦਾ ਆਨੰਦ ਮਾਣਿਆ। ਕੁਝ ਮਹੀਨੇ ਮਗਰੋਂ ਉਹ ਗੰਗਾ ਪਾਰ ਕਰਕੇ ਨਵਾਬ ਵਜ਼ੀਰ ਅਵਧ ਦੇ ਇਲਾਕੇ ਵਿੱਚ ਦਾਖਲ ਹੋ ਗਏ, ਜਿੱਥੋਂ ਅੰਗਰੇਜ਼ਾਂ ਨੇ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਕੱਢਿਆ। ਨਜਬ ਖਾਂ ਨੇ ਮਹਿਸੂਸ ਕੀਤਾ ਕਿ ਨਾ ਤਾਂ ਉਹ ਤੇ ਨਾ ਹੀ ਮਰਹੱਟੇ ਇਤਨੇ ਤਾਕਤਵਰ ਹਨ ਕਿ ਸਿੱਖਾਂ ਨਾਲ ਟੱਕਰ ਲੈ ਸਕਣ। ਚਾਤਰ ਇਰਾਨੀ ਨੇ ਕੂਟਨੀਤੀ ਦਾ ਸਹਾਰਾ ਲਿਆ। ਉਸਨੇ ਜ਼ਾਬਤਾ ਖਾਨ ਨੂੰ ਬੇਨਤੀ ਕੀਤੀ ਕਿ ਉਹ ਇਸਲਾਮ ਧਰਮ ਵਿੱਚ ਵਾਪਸ ਆ ਜਾਵੇ। ਉਸਨੇ ਸਿੱਖ ਸਰਦਾਰਾਂ ਦੀ ਚਾਪਲੂਸੀ ਕਰਦਿਆਂ ਉਹਨਾਂ ਨੂੰ ਸਾਮਰਾਜ ਦੇ ਰੱਖਿਅਕ ਕਿਹਾ ਤੇ ਨਾਲ ਹੀ ਉਸਨੇ ਮਲਵਈਆਂ ਵਿੱਚ ਫੁੱਟ ਪਾ ਦਿੱਤੀ। ਉਸਨੇ ਇਹ ਤਿੰਨੇ ਕੰਮ ਇੱਕੋ ਵਾਰ ਕੀਤੇ। ਜ਼ਾਬਤਾ ਖਾਨ ਨੇ ਸਿੱਖਾਂ ਨੂੰ ਧੋਖਾ ਦਿੱਤਾ ਤੇ ਉਹ ਮੁਗਲਾਂ ਨਾਲ ਜਾ ਮਿਲਿਆ। ਉਸਨੇ ਆਪਣੇ ਨਵੇਂ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਆਪਣੀ ਲੜਕੀ ਦਾ ਵਿਆਹ ਨਜਬ ਖਾਨ ਨਾਲ ਕਰ ਦਿੱਤਾ। ਸਿੱਖਾਂ ਨੇ ਸ਼ਾਹੀ ਇਲਾਕੇ ਨੂੰ ਲੁੱਟਣਾ ਬੰਦ ਕਰ ਦਿੱਤਾ ਤੇ ਇੱਕ ਦੂਸਰੇ ਦੇ ਇਲਾਕਿਆਂ ਵਿੱਚ ਹੀ ਲੁੱਟ ਮਾਰ ਕਰਨ ਲੱਗੇ। ਕੁਝ ਹੀ ਮਹੀਨਿਆਂ ਵਿੱਚ ਸਿੱਖਾਂ ਵਿੱਚ ਇਤਨੇ ਮਤਭੇਦ ਹੋ ਗਏ ਕਿ ਮੁਗਲਾਂ ਨੇ ਮਹਿਸੂਸ ਕੀਤਾ ਕਿ ਉਹ ਇਤਨੇ ਮਜ਼ਬੂਤ ਹਨ ਕਿ ਉਹ ਸਿੱਖਾਂ ਉੱਪਰ ਹਮਲਾ ਕਰਨ ਦੇ ਸਮਰੱਥ ਹਨ। 1779 ਦੀ ਪਤਝੜ ਨੂੰ ਇੱਕ ਵੱਡੀ ਮੁਗਲ ਸੈਨਾ ਸ਼ਹਿਜ਼ਾਦਾ ਫਰਗੰਦਾ ਬਖਤ ਅਤੇ ਅਬਦੁਲ ਆਹਾਦ ਖਾਂ ਦੇ ਅਧੀਨ ਦਿੱਲੀ ਤੋਂ ਕੂਚ ਕਰਕੇ ਤੁਰ ਪਈ। ਰਾਏ ਸਿੰਘ ਬੂੜੀਆ, ਭੰਗਾ ਸਿੰਘ ਧਨੇਸਰ, ਬਗੇਲ ਸਿੰਘ ਤੇ ਭਾਗ ਸਿੰਘ ਜੀਂਦ ਸ਼ਾਹੀ ਫੌਜਾਂ ਨਾਲ ਮਿਲ ਗਏ ਤੇ ਉਹਨਾਂ ਪਟਿਆਲੇ ਨੂੰ ਘੇਰਾ ਪਾ ਲਿਆ। ਅਮਰ ਸਿੰਘ ਤੇ ਤਾਰਾ ਸਿੰਘ ਘੇਬਾ ਜੋ ਉਸ ਦੀ ਸਹਾਇਤਾ ਲਈ ਆਏ ਸਨ, ਉਹ ਸ਼ਹਿਰ ਦੀ ਚਾਰ ਦੀਵਾਰੀ ਪਿੱਛੇ ਚਲੇ ਗਏ ਤੇ ਮਝੈਲਾ ਨੂੰ ਸਹਾਇਤਾ ਲਈ ਬੇਨਤੀ ਕੀਤੀ। ਜੱਸਾ ਸਿੰਘ ਆਲੂਵਾਲੀਆ ਬੜੀ ਫੁਰਤੀ ਨਾਲ ਉਹਨਾਂ ਦੀ ਸਹਾਇਤਾ ਲਈ ਆਇਆ। ਦਲ ਖਾਲਸਾ ਦੇ ਆਉਣ ਦੀਆਂ ਖਬਰਾਂ ਸੁਣ ਕੇ ਸਿੱਖ ਵੱਡੀ ਪੱਧਰ 'ਤੇ ਸ਼ਾਹੀ ਫੌਜਾਂ ਦਾ ਸਾਥ ਛੱਡ ਗਏ। ਮੁਗਲਾਂ ਦੀ ਫੌਜ ਵਿੱਚ ਘਬਰਾਹਟ ਫੈਲ ਗਈ ਤੇ ਉਹਨਾਂ ਨੇ ਦਿੱਲੀ ਵੱਲ ਮੁੜਨ ਦਾ ਫੈਸਲਾ ਕਰ ਲਿਆ। ਫਰੈਂਕਲਿਨ ਅਨੁਸਾਰ ਉਹਨਾਂ ਦੀ ਵਾਪਸੀ ਬੇਇੱਜ਼ਤੀ ਤੇ ਬੇਤਰਤੀਬੀ ਵਾਲੀ ਸੀ ਤੇ ਪਟਿਆਲਾ ਤੋਂ ਪਾਣੀ ਤੱਕ ਦਾ ਪੈਂਡਾ ਮੁਗਲ ਸੈਨਾ ਦੇ ਬਹੁਤ ਸਾਰੇ ਸੈਨਿਕ ਮਾਰੇ ਗਏ ਤੇ ਉਹਨਾਂ ਦਾ ਕਾਫੀ ਸਮਾਨ ਲੁੱਟਿਆ ਗਿਆ। ਹੁਣ ਤਾਂ ਦਿੱਲੀ ਦੀ ਸੜਕ ਜਿਵੇਂ ਸਿੱਖਾਂ ਦੇ ਸ਼ਾਹਾਨਾ ਸਵਾਗਤ ਲਈ ਖੁੱਲ੍ਹੀ ਸੀ। ਇੱਕ ਸਾਸੀ ਸਿੱਖ ਮੁਖੀ ਦੀ ਹੀ ਲੋੜ ਸੀ ਜੋ ਘੋੜਸਵਾਰਾਂ ਦੀ ਅਗਵਾਈ ਕਰਕੇ ਸ਼ਾਹੀ ਰਾਜਧਾਨੀ ਵਿੱਚ ਦਾਖਲ ਹੋ ਕੇ ਬਾਦਸ਼ਾਹ ਨੂੰ ਆਪਣੀ ਰੱਖਿਆ ਅਧੀਨ ਕਰਕੇ ਤੇ ਇੱਕ ਹੀ ਹੱਲੇ ਨਾਲ ਸਿੱਖਾਂ ਨੂੰ ਹਿੰਦੁਸਤਾਨ ਦੀ ਸਭ ਤੋਂ ਵੱਡੀ ਤਾਕਤ ਬਣਾ ਦਿੰਦਾ। ਪਰ ਮਲਵਈ ਸਰਦਾਰਾਂ 'ਚੋਂ ਇੱਕ ਵੀ ਇਤਨਾ ਸੂਝਵਾਨ ਨਹੀਂ ਸੀ ਜੋ ਇਹ ਕਦਮ ਉਠਾਉਂਦਾ। ਉਹ ਤਾਂ ਲੁਟੇਰਿਆਂ ਤੇ ਧਾੜਵੀਆਂ ਦੇ ਟੋਲੇ ਤੋਂ ਵੱਧ ਕੁਝ ਵੀ ਨਹੀਂ ਸਨ। ਉਹਨਾਂ ਲਈ ਪਟਿਆਲੇ ਦੀ ਜਿੱਤ ਨੇ ਲੁੱਟਮਾਰ ਕਰਨ ਲਈ ਨਵੇਂ ਖੇਤਰ ਖੁੱਲ੍ਹੇ ਕਰ ਦਿੱਤੇ। ਉਹ ਰਾਜਧਾਨੀ ਤੋਂ ਲਾਂਬੇ ਜਮਨਾ ਪਾਰ ਕਰਕੇ ਜਮਨਾ ਗੰਗਾ ਦੁਆਬ ਵਿੱਚ ਦਾਖਲ ਹੋ ਗਏ। ਇਸ ਦੌਰਾਨ ਨਜਬ ਖਾਨ ਨੇ ਮੁੜ ਮੁਗਲ ਸੈਨਾ ਦੀ ਦਲਬੰਦੀ ਕੀਤੀ ਤੇ ਆਪਣੇ ਭਰੋਸੇਯੋਗ ਰਿਸ਼ਤੇਦਾਰ ਸਫੀ ਖਾਨ ਨੂੰ ਕਮਾਂਡਰ ਬਣਾ ਕੇ ਸਿੱਖਾਂ ਦਾ ਪਿੱਛਾ ਕਰਨ ਲਈ ਭੇਜ ਦਿੱਤਾ। ਮਿਰਜ਼ਾ ਸਫੀ ਦਾ ਉਸ ਸਮੇਂ ਦਾ ਲੱਗ ਗਿਆ ਜਦੋਂ ਸਿੱਖ ਨਵਾਬ ਵਜ਼ੀਰ ਦੇ ਇਲਾਕੇ ਵਿੱਚ ਲੁੱਟਮਾਰ ਕਰਕੇ ਲੁੱਟ ਦੇ ਸਮਾਨ ਨਾਲ ਮੁੜ ਰਹੇ ਸਨ। ਉਸਨੇ ਜਿੱਚ ਹੋਏ ਜ਼ਾਬਤਾ ਖਾਨ ਨੂੰ, ਜਿਸ ਦੀ ਰਿਆਸਤ ਸਿੱਖਾਂ ਨੇ ਤਬਾਹ ਕਰ ਦਿੱਤੀ ਸੀ, ਸਿੱਖਾਂ ਵਿੱਚ ਫੁੱਟ ਪਾਉਣ ਦੀ ਜ਼ਿੰਮੇਵਾਰੀ ਸੌਂਪੀ। ਉਸਨੇ ਸਲਾਹ ਦਿੱਤੀ, ਇੱਕ ਧੜੇ ਨੂੰ ਦੂਸਰੇ ਦੇ ਵਿਰੁੱਧ ਕਰ ਦਿਓ, ਉਹਨਾਂ ਨੂੰ ਆਪਸ ਵਿੱਚ ਲੜਾ ਦਿਓ। ਰੋਹੇਲਾ ਸਰਦਾਰ ਨੂੰ ਆਪਣੇ ਉਦੇਸ਼ ਵਿੱਚ ਸਫਲਤਾ ਮਿਲੀ। ਮਲਵਈ ਆਪਸ ਵਿੱਚ ਹੀ ਲੜ ਪਏ। ਮਿਰਜ਼ਾ ਸਫੀ ਨੇ 3 ਹੋਰ ਸਰਦਾਰਾਂ ਨਾਲ ਗਜਪਤ ਸਿੰਘ ਜੀਂਦ ਨੂੰ ਗ੍ਰਿਫਤਾਰ ਕਰ ਲਿਆ ਤੇ ਦੂਸਰਿਆਂ ਨੂੰ ਜਮਨਾ ਗੰਗਾ ਦੁਆਬ ਵਿੱਚੋਂ ਕੱਢ ਦਿੱਤਾ। ਮਿਰਜ਼ਾ ਸਫੀ ਆਪਣੀ ਜਿੱਤ ਮਗਰੋਂ ਲੜਾਈ ਲੜਦਾ ਹੋਇਆ ਸਿੱਖਾਂ ਦੇ ਘਰ ਵਿੱਚ ਜਾ ਵੜਿਆ। ਮੁਗਲਾਂ ਤੇ ਰੋਹੇਲਿਆਂ ਦੀ ਫੌਜ ਜਰਨੈਲੀ ਸੜਕ ਵੱਲ ਵਧੀ ਤੇ ਉਸਨੇ ਬੂੜੀਆ, ਮੁਸਤਫਾਬਾਦ ਤੇ ਸਡੌਰੀ ਤੇ ਅਧਿਕਾਰ ਕਰ ਲਿਆ। ਉਹਨਾਂ ਵਿਰੁੱਧ ਫਿਰ ਇੱਕ ਵਾਰ ਦਲ ਖਾਲਸਾ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਵਿੱਚ ਚੜ੍ਹਾਈ ਕਰਕੇ ਆ ਗਿਆ। ਦੋਵੇਂ ਧਿਰਾਂ ਇੱਕ ਥਾਂ ਜੰਮ ਕੇ ਗਏ ਗੱਚ ਲੜਾਈ ਲੜਨ ਤੋਂ ਟਲਦੀਆਂ ਰਹੀਆਂ। ਇਸ ਦੀ ਥਾਂ ਉਹ ਇੱਕ ਦੂਸਰੇ ਦੀ ਫੌਜ 'ਤੇ ਪਿਛਲੇ ਪਾਸਿਓਂ ਹਮਲੇ ਕਰਨ ਲੱਗੇ। ਮਿਰਜ਼ਾ ਸਫੀ ਨੂੰ ਇਤਨੀ ਕੁ ਸਫਲਤਾ ਮਿਲੀ ਕਿ ਉਸਨੇ ਅਪ੍ਰੈਲ 1781 ਵਿੱਚ ਸਿੱਖਾਂ ਨਾਲ ਕਈ ਮਹੀਨਿਆਂ ਦੀਆਂ ਨਿਰਉਦੇਸ਼ ਤੇ ਅਨਿਯਮਿਤ ਝੜਪਾਂ ਪਿੱਛੋਂ ਇੰਦਰੀ ਦੇ ਸਥਾਨ 'ਤੇ ਇੱਕ ਲੜਾਈ ਵਿੱਚ ਜਿੱਤ ਪ੍ਰਾਪਤ ਕਰ ਲਈ ਤੇ ਸਿੱਖਾਂ ਨੂੰ ਆਪਣੇ ਇਲਾਕੇ ਵਿੱਚ ਆਪਣੀ ਸੁਰੱਖਿਆ ਕਰਨ ਲਈ ਮਜਬੂਰ ਕਰ ਦਿੱਤਾ। ਪਰ ਉਹ ਉਹਨਾਂ ਨੂੰ ਆਪਣੇ ਮਗਰ ਆਉਣ ਤੇ ਗੰਗਾ ਦੁਆਬ ਦੇ ਹਮਲੇ ਕਰਨੋਂ ਰੋਕ ਨਾ ਸਕਿਆ ਤੇ ਨਾ ਹੀ ਉਹ ਉਸ ਵੱਲੋਂ ਜਿੱਤੇ ਹੋਏ ਸ਼ਹਿਰਾਂ ਨੂੰ ਕੁਝ ਹਫ਼ਤਿਆਂ ਪਿੱਛੋਂ ਹੀ ਸੁਤੰਤਰ ਕਰਾਉਣ ਤੋਂ ਉਹ ਉਹਨਾਂ ਨੂੰ ਰੋਕ ਸਕਿਆ। ਮਿਰਜ਼ਾ ਸਫੀ ਦੀ ਮਾਲਵੇ ਵਿੱਚ ਮੁਹਿੰਮ ਉਹਦੇ ਲਈ ਇੱਕ ਮਹਿੰਗੀ ਤੇ ਵੱਡੀ ਹਾਰ ਸੀ ਤੇ ਉਸ ਨੂੰ ਇਹ ਮੁਹਿੰਮ ਸਾਲ ਦੇ ਅੱਧ ਵਿੱਚ ਹੀ ਤਿਆਗ ਦੇਣੀ ਪਈ। ਜ਼ਾਬਤਾ ਖਾਨ ਨੂੰ ਫਿਰ ਮੁਗਲ ਸਰਕਾਰ ਨੇ ਸਿੱਖਾਂ ਨਾਲ ਸਮਝੌਤਾ ਕਰਨ ਦਾ ਕਾਰਜ ਸੌਂਪਿਆ। ਮਿਸਲਦਾਰਾਂ ਦੀਆਂ ਰਿਆਸਤਾਂ ਵਿੱਚ ਉਹਨਾਂ ਨੂੰ ਪੱਕਿਆਂ ਕਰ ਦਿੱਤਾ ਗਿਆ। ਉਹਨਾਂ ਦਾ ਪਾਣੀਪਤ ਤੋਂ ਦਿੱਲੀ ਦੇ ਵਿਚਕਾਰਲੇ ਇਲਾਕੇ ਤੇ ਗੰਗਾ ਦੁਆਬ ਵਿੱਚ ਰਾਖੀ ਉਗਰਾਉਣ ਦਾ ਅਧਿਕਾਰ ਪ੍ਰਵਾਨ ਕਰ ਲਿਆ ਗਿਆ ਤੇ ਉਹਨਾਂ ਨੂੰ ਮੁਗਲ ਫੌਜ ਵਿੱਚ ਭਰਤੀ ਕਰਨ ਲਈ ਬੇਨਤੀ
ਕੀਤੀ ਗਈ। ਦਿੱਲੀ ਦੇ ਉਪਨਗਰਾਂ ਵਿੱਚ ਨਜ਼ਰ ਖਾਂ ਅਪ੍ਰੈਲ 1782 ਵਿੱਚ ਮਰ ਗਿਆ। ਸ਼ਕਤੀ ਸੰਘਰਸ਼ ਜਿਹੜਾ ਹੁਣ ਸ਼ੁਰੂ ਹੋਇਆ, ਉਸਨੇ ਸਿੱਖਾਂ ਨੂੰ ਹਿੰਦੁਸਤਾਨ ਦੀ ਸਿਰਮੌਰ ਤਾਕਤ ਬਣਨ ਦਾ ਇੱਕ ਹੋਰ ਮੌਕਾ ਦੇ ਦਿੱਤਾ, ਪਰ ਉਹਨਾਂ ਫਿਰ ਆਇਆ ਮੌਕਾ ਹੱਥੋਂ ਗਵਾ ਲਿਆ। ਉਹ ਰਾਜਧਾਨੀ ਦੇ ਗੁਆਂਢ ਵਿੱਚ ਪਹੁੰਚ ਗਏ, ਪਰ ਇਸ ਨੂੰ ਜਿੱਤਣ ਦੀ ਥਾਂ ਦੁਆਬੇ ਵੱਲ ਚਲੇ ਗਏ ਅਤੇ ਕਈ ਥਾਵਾਂ 'ਤੇ ਗੰਗਾ ਵੀ ਪਾਰ ਕਰ ਗਏ। ਫਾਸਟਰ ਲਿਖਦਾ ਹੈ, ਉਸ ਸਮੇਂ ਮੈਂ ਬੰਦੇਲਖੰਡ ਵਿੱਚ ਸੀ ਅਤੇ ਮੈਂ ਵੇਖਿਆ ਕਿ ਲੋਕਾਂ ਵਿੱਚ ਇਤਨਾ ਡਰ ਅਤੇ ਸਹਿਮ ਸੀ ਕਿ ਵਸਨੀਕ ਖੁੱਲ੍ਹੇ ਮੈਦਾਨੀ ਇਲਾਕਿਆਂ ਨੂੰ ਛੱਡ ਕੇ ਕਿਲਿਆਂ ਅਤੇ ਅਜਿਹੀਆਂ ਥਾਵਾਂ 'ਤੇ ਚਲੇ ਗਏ ਜਿੱਥੇ ਘੋੜਿਆਂ ਦਾ ਪਹੁੰਚਣਾ ਔਖਾ ਸੀ। ਗੜਵਾਲ ਅਤੇ ਨਾਹਨ ਦੇ ਰਾਜਿਆਂ ਨੇ ਉਹਨਾਂ ਦੀ ਅਧੀਨਗੀ ਕਬੂਲ ਕਰ ਲਈ। ਦੇਹਰਾਦੂਨ ਦੇ ਸਮੇਤ ਸ਼ਿਵਾਲਿਕ ਪਹਾੜੀਆਂ 'ਤੇ ਉਹਨਾਂ ਦੀ ਹਕੂਮਤ ਕਾਇਮ ਹੋ ਗਈ। ਮਾਰਚ 1783 ਵਿੱਚ ਬਘੇਲ ਸਿੰਘ ਨੇ ਦਿੱਲੀ ਦੇ ਇੱਕ ਉਪਨਗਰ ਵਿੱਚ ਆਪਣਾ ਡੇਰਾ ਲਾ ਲਿਆ ਅਤੇ ਜਿਹੜੇ ਗੁਰੂ ਸਾਹਿਬਾਨ ਸ਼ਹਿਰ ਵਿੱਚ ਆਏ ਸਨ, ਉਹਨਾਂ ਦੀ ਯਾਦ ਵਿੱਚ ਗੁਰਦੁਆਰੇ ਬਣਾਉਣੇ ਸ਼ੁਰੂ ਕਰ ਦਿੱਤੇ। ਇੱਕ ਗੁਰਦੁਆਰਾ ਸ਼ਹਿਰ ਦੇ ਕੇਂਦਰ ਵਿੱਚ ਸਭ ਤੋਂ ਵੱਡੇ ਵਪਾਰਕ ਖੇਤਰ ਵਿੱਚ ਬਣਾਇਆ ਗਿਆ, ਜਿੱਥੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਕਤਲ ਕੀਤਾ ਗਿਆ ਸੀ। ਇੱਕ ਗੁਰਦੁਆਰਾ ਉਸ ਥਾਂ 'ਤੇ ਬਣਾਇਆ ਗਿਆ ਜਿੱਥੇ ਗੁਰੂ ਜੀ ਦੇ ਧੜ ਦਾ ਸੰਸਕਾਰ ਕੀਤਾ ਗਿਆ ਸੀ। ਤੀਸਰਾ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਦੀ ਰਿਹਾਇਸ਼ ਵਾਲੇ ਸਥਾਨ 'ਤੇ ਉਸਾਰਿਆ ਗਿਆ ਅਤੇ ਚੌਥਾ ਉਸ ਥਾਂ 'ਤੇ ਬਣਵਾਇਆ ਜਿੱਥੇ ਬਾਲ ਗੁਰੂ ਤੇ ਗੋਬਿੰਦ ਸਿੰਘ ਦੀਆਂ ਪਤਨੀਆਂ ਦਾ ਸੰਸਕਾਰ ਕੀਤਾ ਗਿਆ ਸੀ। ਅੰਗਰੇਜ਼ਾਂ ਨੇ ਸਿੱਖਾਂ ਨਾਲ ਰਾਜਦੂਤਕ ਸਬੰਧ ਕਾਇਮ ਕੀਤੇ। ਉਹਨਾਂ ਦਾ ਮਨੋਰਥ ਆਪਣੇ ਚਮਚੇ ਯਾਨੀ ਪਿਛਲੱਗ ਅਵਧ ਦੇ ਨਵਾਬ ਵਜ਼ੀਰ ਦੀ ਰਿਆਸਤ ਦੀ ਰੱਖਿਆ ਕਰਨਾ ਸੀ ਅਤੇ ਉਹ ਸਿੱਖਾਂ ਤੋਂ ਇਹ ਭਰੋਸਾ ਲੈਣਾ ਚਾਹੁੰਦੇ ਸਨ ਕਿ ਸਿੱਖ ਨਵਾਬ ਦੇ ਇਲਾਕਿਆਂ ਵਿੱਚ ਦਾਖਲ ਨਹੀਂ ਹੋਣਗੇ। ਉਹਨਾਂ ਨੇ ਦਰਿਆ ਗੰਗਾ ਦੇ ਸਾਰੇ ਪਤਨ ਅਤੇ ਚੌਕੀਆਂ ਕਾਇਮ ਕਰ ਦਿੱਤੀਆਂ। 1783 ਦੀਆਂ ਗਰਮੀਆਂ ਵਿੱਚ ਜਮਨਾ ਤੋਂ ਪਾਰ ਸਿੱਖਾਂ ਦੇ ਹਮਲਿਆਂ ਦਾ ਹੜ੍ਹ ਆ ਗਿਆ। ਦੋ ਮਾੜੀਆਂ ਫਸਲਾਂ ਤੇ ਬਾਰਿਸ਼ ਨਾ ਹੋਣ ਪਿੱਛੋਂ ਦਿੱਲੀ ਦਾ ਸਾਰਾ ਦੱਖਣੀ ਪੰਜਾਬ ਕਾਲ ਦੀ ਲਪੇਟ ਵਿੱਚ ਸੀ। ਸਿੱਖ ਘੋੜਸਵਾਰ ਆਪਣੇ ਨਾਲ ਆਪਣੇ ਪਰਿਵਾਰ ਵੀ ਲਿਆਏ ਅਤੇ ਕਾਲ ਮਾਰੇ ਪੇਂਡੂ ਇਲਾਕੇ ਨੂੰ ਹੋਰ ਵੀ ਅਨਾਜ ਤੋਂ ਖਾਲੀ ਕਰ ਦਿੱਤਾ। ਮਗਰੋਂ ਪਏ ਕਾਲ ਤੇ ਹੈਜ਼ੇ ਦੀ ਮਹਾਮਾਰੀ ਨੇ ਭਾਰੀ ਜਾਨੀ ਨੁਕਸਾਨ ਕੀਤਾ। 3 ਸਾਲ ਦੇ ਕਾਲ ਨੇ ਸਿੱਖ ਧਾੜਵੀਆਂ ਨੂੰ ਹੋਰ ਵੀ ਭੁੱਖੜ ਬਣਾ ਦਿੱਤਾ। ਜਨਵਰੀ 1784 ਈਸਵੀ ਵਿੱਚ ਜੱਸਾ ਸਿੰਘ ਰਾਮਗੜੀਆ ਅਤੇ ਕਰਮ ਸਿੰਘ ਦੀ ਅਗਵਾਈ ਵਿੱਚ 30,000 ਤੋਂ ਵਧੇਰੇ ਘੋੜਸਵਾਰਾਂ ਨੇ ਜਮਨਾ ਲੰਘ ਕੇ ਦੋਹਾਂ ਦਰਿਆਵਾਂ ਵਿਚਲੇ ਸ਼ਹਿਰਾਂ ਅਤੇ ਪਿੰਡਾਂ ਤੋਂ ਰਾਖੀ ਉਗਰਾਉਣੀ ਸ਼ੁਰੂ ਕਰ ਦਿੱਤੀ। ਇਹ ਸਰਦਾਰ ਜੋ ਰਣ ਖੇਤਰ ਵਿੱਚ ਇਤਨੇ ਦਲੇਰ ਸਨ, ਉਹਨਾਂ ਨੇ ਸਿਆਸੀ ਖੇਤਰ ਵਿੱਚ ਬੜੀ ਕਾਇਰਤਾ ਵਿਖਾਈ, ਕਿਉਂਕਿ ਜਦੋਂ ਉਹਨਾਂ ਨੂੰ ਸਮਰਾਟ ਨੇ ਪੁੱਛਿਆ ਤਾਂ ਉਹ ਸ਼ਹਿਰ ਨੂੰ ਆਪਣੀ ਸੁਰੱਖਿਆ ਵਿੱਚ ਲੈਣ ਨੂੰ ਤਿਆਰ ਨਾ ਹੋਏ। ਇਸ ਹਾਲਤ ਵਿੱਚ ਸਮਰਾਟ ਨੇ 47 ਅੰਗਰੇਜ਼ਾਂ ਤੇ ਮਰਹੱਟਿਆਂ ਵੱਲ ਮੂੰਹ ਕੀਤਾ। ਭਾਰਤ ਵਿਚਲੇ ਅੰਗਰੇਜ਼ਾਂ ਨੂੰ ਇਹ ਭਰੋਸਾ ਨਹੀਂ ਸੀ ਕਿ ਈਸਟ ਇੰਡੀਆ ਕੰਪਨੀ ਦੇ ਲੰਡਨ ਵਿਚਲੇ ਡਾਇਰੈਕਟਰ ਉਹਨਾਂ ਨੂੰ ਗੰਗਾ ਤੋਂ ਪਾਰ ਆਪਣੇ ਰਾਜ ਦੀਆਂ ਹੱਦਾਂ ਵਧਾਉਣ ਦੀ ਮਨਜ਼ੂਰੀ ਦੇ ਦੇਣਗੇ। ਇਸ ਹਾਲਤ ਵਿੱਚ ਸਭ ਤੋਂ ਵਧੀਆ ਰਸਤਾ ਜੋ ਗਵਰਨਰ ਜਨਰਲ ਵਾਰਨ ਹੇਸਟਿੰਗਸ ਅਪਣਾ ਸਕਦਾ ਸੀ, ਉਹ ਸਥਿਤੀ ਜਿਉਂ ਦੀ ਤਿਉਂ ਕਾਇਮ ਰੱਖੇ ਅਤੇ ਆਪਣੀ ਸਰਕਾਰ ਨੂੰ ਕਿਸੇ ਬਾਰੇ ਪਾਬੰਦ ਹੋਣ ਤੋਂ ਬਿਨਾਂ ਸਿੱਖਾਂ ਅਤੇ ਮਰਹੱਟਿਆਂ ਨੂੰ ਅੱਡ-ਅੱਡ ਰੱਖਣ ਦੀ ਕੋਸ਼ਿਸ਼ ਕਰੇ। ਉਸਨੇ ਲਿਖਿਆ, ਇਹ ਯਕੀਨਨ ਨਾ ਤਾਂ ਕੰਪਨੀ ਦੇ ਹਿੱਤ ਵਿੱਚ ਹੈ ਅਤੇ ਨਾ ਹੀ ਵਜ਼ੀਰ ਦੀ ਸਰਕਾਰ ਦੇ ਹਿੱਤ ਵਿੱਚ ਹੈ ਕਿ ਸਿੱਖ ਕਬੀਲੇ ਮਰਹੱਟਿਆਂ ਨਾਲ ਦੋਸਤਾਨਾ ਸੰਬੰਧ ਕਾਇਮ ਕਰਨ। ਇਸ ਦੇ ਉਲਟ ਉਹਨਾਂ ਵਿਚਕਾਰ ਫੁੱਟ ਬੜੀ ਹੀ ਇੱਛਤ ਤੇ ਲਾਭਕਾਰੀ ਹੋਵੇਗੀ ਅਤੇ ਜੇ ਸਿੱਖਾਂ ਨੂੰ ਇਹ ਭਰੋਸਾ ਦਿੱਤਾ ਜਾਵੇ ਕਿ ਉਹਨਾਂ ਦੇ ਝਗੜਿਆਂ ਵਿੱਚ ਅਸੀਂ ਕਿਸੇ ਕਿਸਮ ਦਾ ਦਖਲ ਨਹੀਂ ਦਿਆਂਗੇ ਜਿਸ ਨਾਲ ਝਗੜਾ ਵਧੇ ਅਤੇ ਤੀਬਰ ਹੋਵੇ, ਤਾਂ ਸਿੱਖਾਂ ਨੂੰ ਸਾਡੇ ਵੱਲੋਂ ਇਹ ਭਰੋਸਾ ਦੇ ਦੇਣਾ ਚਾਹੀਦਾ ਹੈ। 1784 ਦੇ ਸਿਆਲ ਤੱਕ ਸ਼ਾਹ ਆਲਮ ਨੇ ਇਹ ਸਿੱਟਾ ਕੱਢ ਲਿਆ ਕਿ ਅੰਗਰੇਜ਼ ਰਾਜ ਪ੍ਰਬੰਧ ਸੰਭਾਲਣ ਲਈ ਰਾਜ਼ੀ ਨਹੀਂ ਹਨ। ਉਹਨੇ ਮਰਹੱਟਿਆਂ ਵੱਲ ਮੂੰਹ ਕੀਤਾ ਜਿਹੜੇ ਪਹਿਲਾਂ ਉਸ ਨੂੰ ਰਾਜਧਾਨੀ ਲੈ ਕੇ ਆਏ ਸਨ। ਦਸੰਬਰ ਵਿੱਚ ਉਸਨੇ ਮਹਾਦਜੀ ਸਿੰਧੀਆ ਨੂੰ ਵਕੀਲੇ ਮੁਤਲਕ ਦੀ ਉਪਾਧੀ ਬਖਸ਼ੀ ਅਤੇ ਉਸ ਨੂੰ ਬੇਨਤੀ ਕੀਤੀ ਕਿ ਉਹ ਬਚੇ ਖੁੱਚੇ ਮੁਲਕ ਵਿੱਚ ਅਮਨ ਸ਼ਾਂਤੀ ਕਾਇਮ ਕਰੇ। ਬਘੇਲ ਤੇ ਜੱਸਾ ਸਿੰਘ ਰਾਮਗੜੀਆ ਨੇ ਫਿਰ ਜਮਨਾ ਪਾਰ ਕੀਤਾ। ਇਹ ਦਾਅਵਾ ਪਹਿਲਾਂ ਨਾਲੋਂ ਵਧੇਰੇ ਸਖਤ ਸੀ ਕਿਉਂਕਿ ਸਿੱਖਾਂ ਦੇ ਮਗਰ ਗੁੱਜਰ ਵੀ ਆ ਗਏ ਸਨ, ਜਿਨ੍ਹਾਂ ਨੇ ਸਿੱਖਾਂ ਦੀ ਲੁੱਟ ਮਾਰ ਤੋਂ ਬਚਿਆ ਸਭ ਕੁਝ ਲੈ ਲਿਆ। ਦੁਆਬ ਨੂੰ ਲੁੱਟਣ ਪਿੱਛੋਂ ਸਿੱਖਾਂ ਦੀਆਂ ਅੱਖਾਂ ਹੁਣ ਜਮਨਾ ਤੋਂ ਪਾਰ ਲੱਗੀਆਂ ਹੋਈਆਂ ਸਨ। ਗੁਲਾਮ ਕਾਦਰ ਜੋ ਆਪਣੇ ਪਿਤਾ ਜ਼ਾਬਤਾ ਖਾਂ ਪਿੱਛੋਂ ਗੱਦੀ 'ਤੇ ਬੈਠਾ ਸੀ ਦੀ ਅਗਵਾਈ ਵਿੱਚ ਰੋਹੇਲੇ ਅੰਗਰੇਜ਼ ਵਨਾਬ ਵਜ਼ੀਰ ਅਵਧ ਸਿੱਖਾਂ ਨੂੰ ਦਰਿਆ ਪਾਰ ਕਰਨ ਤੋਂ ਰੋਕਣ ਲਈ ਦਰਿਆ ਦੇ ਨਾਲ ਪਰੇਬੰਦੀ ਬਣਾ ਕੇ ਮੋਰਚੇ ਮੱਲ ਬੈਠੇ। ਮਹਾਦਜੀ ਸਿੰਧੀਆ ਨੇ ਆਪਣੀਆਂ ਫੌਜਾਂ ਨੂੰ ਹੁਕਮ ਦਿੱਤਾ ਕਿ ਉਹ ਲੁਟੇਰਿਆਂ ਨੂੰ ਕੱਢ ਦੇਣ। ਪਹਿਲੀ ਹੀ ਝੜਪ ਵਿੱਚ ਉਸ ਨੂੰ ਅਹਿਸਾਸ ਹੋ ਗਿਆ ਕਿ ਉਸ ਲਈ ਲੜਾਈ ਲੜਨ ਦੀ ਥਾਂ ਗੱਲਬਾਤ ਵਧੇਰੇ ਲਾਭਕਾਰੀ ਰਹੇਗੀ। ਦਿੱਲੀ ਵਿੱਚ ਮਰਾਠਿਆਂ ਦੇ ਪ੍ਰਤੀਨਿਧ ਨੇ ਵਧੇਰੇ ਸਪਸ਼ਟਤਾ ਨਾਲ ਕਿਹਾ, ਦਿੱਲੀ ਸਮਰਾਟ ਦਾ ਰਾਜ ਤਾਂ ਸ਼ਹਿਰ ਵਿੱਚ ਚੱਲਦਾ ਹੈ, ਪਰ ਬਾਹਰ ਸਾਰੇ ਤਾਂ ਸਿੱਖ ਹੀ ਮਾਲਕ ਹਨ। ਸਿੱਖ ਮੁਖੀਆਂ ਨਾਲ ਮਰਹੱਟਿਆਂ ਨੇ ਗੱਲਬਾਤ ਸ਼ੁਰੂ ਕੀਤੀ ਅਤੇ ਮਾਰਚ 1785 ਵਿੱਚ ਆਰਸੀ ਸੰਧੀ ਦੀਆਂ ਸ਼ਰਤਾਂ ਤੈਅ ਹੋ ਗਈਆਂ। ਨਾ ਤਾਂ ਸਿੱਖਾਂ ਨੂੰ ਮਰਹੱਟਿਆਂ 'ਤੇ ਭਰੋਸਾ ਸੀ ਅਤੇ ਨਾ ਹੀ ਮਰਹੱਟਿਆਂ ਨੂੰ ਸਿੱਖਾਂ 'ਤੇ। ਅੰਗਰੇਜ਼ ਪ੍ਰਤੀਨਿਧ ਸਿੱਖਾਂ ਨੂੰ ਮਰਹੱਟਿਆਂ ਨਾਲ ਗੱਲਬਾਤ ਤੋੜ ਦੇਣ ਲਈ ਉਕਸਾ ਰਹੇ ਸਨ। ਸਿੱਖ ਮੁਖੀ ਇਸ ਨਤੀਜੇ 'ਤੇ ਪਹੁੰਚੇ ਕਿ ਅੰਗਰੇਜ਼ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਨੇ ਫਿਰ ਸੰਧੀ ਦੀਆਂ ਸ਼ਰਤਾਂ ਪੇਸ਼ ਕੀਤੀਆਂ।
ਗਵਰਨਰ ਜਨਰਲ ਨੇ ਕਿਹਾ ਕਿ ਅਸੀਂ ਉਹਨਾਂ ਦੇ ਅੱਗੇ ਵਧਣ ਵਿੱਚ ਰੋਕ ਨਹੀਂ ਬਣਾਂਗੇ ਤੇ ਨਾ ਹੀ ਅਸੀਂ ਉਹਨਾਂ ਨਾਲ ਉਸ ਸਮੇਂ ਬਹੁਤਾ ਮੇਲ ਹੀ ਰੱਖਾਂਗੇ ਜਦ ਤੱਕ ਸਾਨੂੰ ਇਹ ਯਕੀਨ ਨਾ ਹੋ ਜਾਵੇ ਕਿ ਮਹਾਦਜੀ ਸਿੰਧੀਆ ਦੇ ਇਰਾਦੇ ਵੈਰ ਭਾਵ ਵਾਲੇ ਹਨ। ਸਿੱਖਾਂ ਦਾ ਅੰਗਰੇਜ਼ਾਂ ਪ੍ਰਤੀ ਸਬਰ ਖਤਮ ਹੋ ਗਿਆ ਤੇ ਉਹਨਾਂ ਨੇ ਮਹਾਦਜੀ ਸਿੰਧੀਆ ਨਾਲ 9 ਮਈ 1785 ਨੂੰ ਸੰਧੀ ਕਰ ਲਈ। ਉਹਨਾਂ ਨੇ ਮਰਹੱਟਿਆਂ ਨੂੰ 5000 ਸੈਨਿਕਾਂ ਦੀ ਪਲਟਨ ਦੇਣ ਲਈ ਸਹਿਮਤੀ ਪ੍ਰਗਟ ਕੀਤੀ ਤੇ 10 ਲੱਖ ਰੁਪਏ ਦੀ ਜਾਗੀਰ ਬਦਲੇ ਰਾਖੀ ਲੈਣ ਦਾ ਅਧਿਕਾਰ ਤਿਆਗ ਦਿੱਤਾ। ਸ਼ਰਤਾਂ ਅਨੁਸਾਰ 5000 ਘੋੜਸਵਾਰ ਮਰਹੱਟਿਆਂ ਦੀ ਫੌਜ ਵਿੱਚ ਸ਼ਾਮਲ ਹੋ ਗਏ, ਪਰ ਮਰਹੱਟਿਆਂ ਨੂੰ ਤੁਰਤ ਹੀ ਉਹਨਾਂ ਤੇ ਜਾਸੂਸੀ ਕਰਨ ਦਾ ਸ਼ੱਕ ਹੋ ਗਿਆ। ਇੱਕ ਮਰਾਠਾ ਚਿੱਠੀ ਵਿੱਚ ਲਿਖਿਆ ਹੈ, ਸਿੱਖ ਵਿਸ਼ਵਾਸਘਾਤੀ ਹਨ। ਸਾਡੀਆਂ ਫੌਜਾਂ ਵਿੱਚ 2 ਮਹੀਨੇ ਰਹਿ ਕੇ ਉਹਨਾਂ ਨੇ ਸਾਡੀਆਂ ਫੌਜਾਂ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਲਈ ਹੈ। ਸ਼ੱਕ ਦੇ ਮਾਹੌਲ ਨੇ ਸੰਧੀ ਨੂੰ ਨਕਾਰਾ ਕਰ ਦਿੱਤਾ ਤੇ ਦੋਹਾਂ ਧਿਰਾਂ ਨੇ ਇਸ ਨੂੰ ਭੁਲਾ ਦਿੱਤਾ। ਦਸੰਬਰ 1785 ਮਰਹੱਟਾ ਫੌਜ ਪਟਿਆਲਾ ਦੇ ਰਾਜੇ ਤੇ ਸਿੰਘਪੁਰੀਆ ਨੇਤਾ ਦੀ ਲੜਾਈ ਵਿੱਚ ਮੁਦਾਖਲਤ ਕਰਨ ਲਈ ਆਈ। ਸਿੱਖ ਘੋੜਸਵਾਰ ਜਮਨਾ ਪਾਰ ਦੇ ਇਲਾਕੇ ਤੋਂ ਰਾਖੀ ਉਗਰਾ ਰਹੇ ਸਨ। ਇਹ ਕੰਮ ਅਗਲੇ ਸਾਲ ਫਿਰ ਦੁਹਰਾਇਆ ਗਿਆ ਜਦੋਂ ਮਾਲਵੇ ਦੇ ਸਭ ਤੋਂ ਗੁੰਡੇ ਤੇ ਹਥਿਆਰੇ ਸਰਦਾਰ ਭੰਗਾ ਸਿੰਘ ਧਨੇਸਰ ਨੇ ਮੇਰਠ ਤੇ ਹਾਪੜ ਸਣੇ ਕਈ ਸ਼ਹਿਰਾਂ ਤੋਂ ਘਰ ਉਗਰਾਇਆ। 1787 ਈਸਵੀ ਦੀ ਵਰਖਾ ਰੁੱਤ ਵਿੱਚ ਬਘੇਲ ਸਿੰਘ ਅਧੀਨ ਇੱਕ ਹੋਰ ਦਲ ਨੇ ਗੁਲਾਮ ਕਾਦਰ ਰੋਹੇਲੇ ਨਾਲ ਮਿਲ ਕੇ ਆਗਰਾ ਤੇ ਦਿੱਲੀ ਵਿਚਕਾਰਲੇ ਬਾਦਸ਼ਾਹੀ ਇਲਾਕੇ ਨੂੰ ਲੁੱਟਿਆ। ਸਿੱਖਾਂ ਦੀ ਸਹਾਇਤਾ ਨਾਲ ਗੁਲਾਮ ਕਾਦਰ ਸ਼ਾਹੀ ਰਾਜਧਾਨੀ ਵਿੱਚ ਦਾਖਲ ਹੋਇਆ ਤੇ ਸ਼ਹਿਰ ਵਿੱਚ ਅੰਧਾ ਧੁੰਦ ਲੁੱਟ ਮਾਰ ਕੇ ਕਹਿਰ ਮਚਾ ਦਿੱਤਾ ਤੇ ਬਾਦਸ਼ਾਹ ਆਲਮ ਨੂੰ 10 ਅਗਸਤ 1788 ਨੂੰ ਅੰਨਾ ਕਰ ਦਿੱਤਾ। ਗੰਗਾ ਜਮਨਾ ਦੁਆਬ ਉੱਪਰ ਅਧਿਕਾਰ ਕਰਨ ਲਈ ਸੰਘਰਸ਼ 6 ਸਾਲ ਜਾਰੀ ਰਿਹਾ। ਸਿੱਖਾਂ ਨੇ ਕਈ ਵਾਰ ਗੰਗਾ ਦਰਿਆ ਪਾਰ ਕੀਤਾ ਤੇ ਅੰਗਰੇਜ਼ੀ ਰੱਖਿਆ ਦਲਾਂ ਨਾਲ ਟੱਕਰ ਲਈ। ਜਨਵਰੀ 1791 ਈਸਵੀ ਵਿੱਚ ਧਨੇਸਰ ਦੇ ਸਰਦਾਰ ਭੰਗਾ ਸਿੰਘ ਨੇ ਇੱਕ ਅੰਗਰੇਜ਼ ਅਫਸਰ ਲੈਫਟੀਨੈਂਟ ਕਰਨਲ ਸਟੂਅਰਟ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੀ ਸਰਕਾਰ ਪਾਸੋਂ 60,000 ਰੁਪਏ ਰਿਹਾਈ ਵਾਸਤੇ ਮੁਆਵਜ਼ਾ ਪ੍ਰਾਪਤ ਕੀਤਾ। ਫਰਵਰੀ 1794 ਵਿੱਚ ਮਹਾਦਜੀ ਸਿੰਧੀਆ ਦੀ ਮੌਤ ਨਾਲ ਸਿੱਖਾਂ ਦੇ ਹਮਲੇ ਪਹਿਲਾਂ ਨਾਲੋਂ ਵੀ ਵਿਆਪਕ ਤੇ ਦੂਰ ਦਰਾਜ਼ ਤੱਕ ਹੋਣ ਲੱਗੇ। ਸਿੱਖਾਂ ਦਾ ਵਿਸਤਾਰ ਪੂਰਬ ਵਿੱਚ 1795 ਨੂੰ ਸਭ ਤੋਂ ਦਰੇਡੀ ਸੀਮਾ ਤੱਕ ਹੋ ਗਿਆ। ਉਸ ਪਿੱਛੋਂ ਮਰਹੱਟਿਆਂ ਨੇ ਸਿੱਖਾਂ ਦੇ ਹਮਲਿਆਂ ਨੂੰ ਕੇਵਲ ਰੋਕਿਆ ਹੀ ਨਹੀਂ, ਸਗੋਂ ਉਹਨਾਂ ਨੂੰ ਆਪਣੀ ਮਾਤ ਭੂਮੀ ਮਾਲਵਾ ਵੱਲ ਧੱਕ ਦਿੱਤਾ। ਜਰਨੈਲ ਪੈਰੋਂ, ਜੋ ਉੱਤਰ ਵਿੱਚ ਮਰਹੱਟਾ ਫੌਜਾਂ ਦਾ ਕਮਾਂਡਰ ਸੀ, ਉਸ ਤੋਂ ਮਲਵਈ ਸਰਦਾਰਾਂ ਨੇ ਆਪਣੀਆਂ ਸ਼ਰਤਾਂ ਬਣਵਾਈਆਂ ਤੇ ਸਿੱਖਾਂ ਵਿੱਚ ਇਤਨੀ ਨਾ ਇਤਫਾਕੀ ਹੋ ਗਈ ਕਿ ਉਹਨਾਂ ਨੇ ਇੱਕ ਅੰਗਰੇਜ਼ ਸਾਸੀ ਜਾਰਜ ਸਾਮਸ ਨੂੰ, ਜਿਨ੍ਹਾਂ ਨੇ ਹਾਂਸੀ ਵਿੱਚ ਆਪਣੀ ਰਿਆਸਤ ਕਾਇਮ ਕਰ ਲਈ ਸੀ, ਬੜੀ ਮੁਸ਼ਕਲ ਨਾਲ ਸਿੱਖ ਇਲਾਕੇ ਵਿੱਚੋਂ ਕੱਢਿਆ। ਪੈਰੋ ਤੇ ਜਾਰਜ ਸਾਮਸ ਦੀ ਕਾਮਯਾਬੀ ਦਰਸਾਉਂਦੀ ਹੈ ਕਿ ਸਤਲੁਜ ਦੇ ਦੱਖਣ ਵੱਲ ਦੇ ਸਿੱਖ ਸਰਦਾਰ ਕਿਤਨੇ ਕਮਜ਼ੋਰ ਤੇ ਬੇਬਸ ਹੋ ਗਏ ਸਨ। ਮਾਲਵੇ ਵਾਂਗ ਮਾਝੇ ਵਿੱਚ ਵੀ ਮਿਸਲਾਂ ਵਿੱਚ ਝਗੜੇ ਦਾ ਮੁੱਖ ਕਾਰਨ ਵਿਦੇਸ਼ੀ ਦਬਾਅ ਦੀ ਢਿੱਲ ਤੇ ਲੁੱਟਮਾਰ ਦਾ ਮੋਹ ਸੀ। ਉੱਤਰ ਦੇ ਪਹਾੜੀ ਇਲਾਕੇ ਅਬਦਾਲੀ ਦੀ ਲੁੱਟ ਤੋਂ ਬਚ ਗਏ ਸਨ। ਵਪਾਰੀ ਆਪਣੇ ਗੋਦਾਮ ਤੇ ਮਾਲ ਦੇ ਭੰਡਾਰ ਮੈਦਾਨਾਂ 'ਚੋਂ ਪਹਾੜੀ ਇਲਾਕਿਆਂ ਵਿੱਚ ਲੈ ਗਏ ਸਨ ਤੇ ਕਾਫਲੇ ਵੀ ਪਹਾੜੀ ਤਲਹੱਟੀ ਵੱਲ ਦੀ ਲੰਘਣ ਲੱਗੇ। ਪਹਾੜੀ ਰਿਆਸਤਾਂ 'ਚੋਂ ਅਮੀਰ ਜੰਮੂ ਦੀ ਰਿਆਸਤ ਸੀ ਤੇ ਜੰਮੂ ਦੀ ਦੌਲਤ ਹੀ ਸਿੱਖ ਸਰਦਾਰਾਂ ਦੀ ਤਬਾਹੀ ਦਾ ਕਾਰਨ ਬਣੀ। 1774 ਵਿੱਚ ਜੰਮੂ ਦਾ ਰਾਜਾ ਰਣਜੀਤ ਦੇਵ ਆਪਣੇ ਬੇਟੇ ਬ੍ਰਿਜ ਰਾਜ ਦੇਵ ਨਾਲ ਲੜ ਪਿਆ। ਸ਼ੁਕਰ ਚੱਕੀਏ ਤੇ ਕਨਈਏ ਸਰਦਾਰਾਂ ਨੇ ਪੁੱਤਰ ਦੀ ਹਮਾਇਤ ਕੀਤੀ ਤੇ ਭੰਗੀਆਂ ਨੇ ਪਿਤਾ ਦੀ ਮਦਦ ਕੀਤੀ। ਜੋ ਮੁੱਠਭੇੜ ਹੋਈ ਉਸ ਵਿੱਚ ਇੱਕ ਦੁਰਘਟਨਾ ਕਾਰਨ ਚੜ੍ਹਤ ਸਿੰਘ ਸ਼ੁਕਰ ਚੱਕ ਮਾਰਿਆ ਗਿਆ ਤੇ ਝੰਡਾ ਸਿੰਘ ਨੂੰ ਜੈ ਸਿੰਘ ਕਨਈਆ ਨੇ ਪੈਸੇ ਦੇ ਕੇ ਇੱਕ ਕਾਤਲ ਤੋਂ ਮਰਵਾ ਦਿੱਤਾ। 1775 ਵਿੱਚ ਭੰਗੀ ਤੇ ਰਾਮਗੜੀਆ ਸਰਦਾਰਾਂ ਨੇ ਮਿਲ ਕੇ ਕਨਈਆ, ਸ਼ੁਕਰ ਚੱਕੀਆ ਤੇ ਆਲੂਵਾਲੀਆ ਸਰਦਾਰਾਂ ਦੀਆਂ ਸਾਂਝੀਆਂ ਫੌਜਾਂ ਨਾਲ 10 ਦਿਨ ਲੜਾਈ ਲੜੀ, ਪਰ ਉਸ ਦਾ ਕੋਈ ਨਤੀਜਾ ਨਾ ਨਿਕਲਿਆ। ਇਸ ਮਗਰੋਂ ਦੋਵੇਂ ਜੱਸਾ ਸਿੰਘ ਆਪਸ ਵਿੱਚ ਲੜ ਪਏ। ਪਹਿਲਾਂ ਤਾਂ ਆਲੂਵਾਲੀਆ ਨੇ ਰਾਮਗੜੀਆ ਨੂੰ ਹਰਾ ਦਿੱਤਾ ਤੇ ਉਸ ਨੂੰ ਜ਼ਖਮੀ ਕਰ ਦਿੱਤਾ। 1 ਸਾਲ ਮਗਰੋਂ ਰਾਮਗੜੀਆ ਨੇ ਆਲੂਵਾਲੀਆ ਨੂੰ ਗ੍ਰਿਫਤਾਰ ਕਰਕੇ ਬਦਲਾ ਲੈ ਲਿਆ ਤੇ ਮਗਰੋਂ ਫਰਾਖਦਿਲੀ ਵਿਖਾ ਕੇ ਉਸ ਨੂੰ ਰਿਹਾ ਕਰ ਦਿੱਤਾ। ਕਿਸੇ ਸਮੇਂ ਦਲ ਖਾਲਸਾ ਦੇ ਸਰਵੋਤਮ ਨੇਤਾ ਨੂੰ ਰਾਮਗੜੀਆ ਸਰਦਾਰ ਨੂੰ ਮਾਝੇ ਵਿੱਚੋਂ ਕੱਢਣ ਲਈ ਜੈ ਸਿੰਘ ਕਨਈਆ ਦੀ ਸਹਾਇਤਾ ਲੈਣੀ ਪਈ। ਰਾਮਗੜੀਏ ਹਿਸਾਰ ਵੱਲ ਚਲੇ ਗਏ ਤੇ ਮਾਲਵੇ ਦੀ ਉਸ ਤਰ੍ਹਾਂ ਦੀ ਹਿੰਸਕ ਤੇ ਮੂਰਖਤਾ ਭਰੀ ਰਾਜਨੀਤੀ ਵਿੱਚ ਹਿੱਸਾ ਲੈਣ ਲੱਗੇ। 1782 ਵਿੱਚ ਮਜਾਇਲ ਫਿਰ ਇੱਕ ਵਾਰ ਜੰਮੂ ਦੇ ਸਬੰਧ ਵਿੱਚ ਲੜ ਪਏ। ਬ੍ਰਜ ਰਾਜ ਦੇਵ, ਜੋ ਆਪਣੇ ਪਿਤਾ ਪਿੱਛੋਂ ਗੱਦੀ ਦਾ ਵਾਰਸ ਬਣਿਆ ਸੀ, ਉਸਨੇ ਆਪਣੇ ਭਤੀਜੇ ਤੇ ਭਰਾ ਨੂੰ ਕਤਲ ਕਰ ਦਿੱਤਾ ਸੀ। ਕਨਈਆ ਸਰਦਾਰਾਂ ਨੇ ਬ੍ਰਜ ਰਾਜ ਦੇਵ ਦੀ ਹਮਾਇਤ ਕੀਤੀ ਤੇ ਭੰਗੀਆਂ ਨੇ ਵਿਰੋਧੀ ਧੜੇ ਦੇ ਮੈਂਬਰਾਂ ਦੀ ਸਹਾਇਤਾ ਕੀਤੀ। ਮਗਰੋਂ ਦੋਵੇਂ ਮਿਸਲਾਂ ਰਾਜ ਦੇਵ ਨੂੰ ਲੁੱਟਣ ਦੇ ਮਨੋਰਥ ਨਾਲ ਇਕੱਠੀਆਂ ਹੋ ਗਈਆਂ। ਜੰਮੂ ਦੇ ਰਾਜੇ ਨੇ ਹੁਣ ਮਹਾਂ ਸਿੰਘ ਸ਼ੁਕਰਾ ਚੱਕੀਆ ਤੋਂ ਸਹਾਇਤਾ ਮੰਗੀ। ਮਹਾਂ ਸਿੰਘ ਨੇ ਪਹਿਲਾਂ ਤਾਂ ਬ੍ਰਜ ਰਾਜ ਦੇਵ ਦੀ ਸਹਾਇਤਾ ਕੀਤੀ ਤੇ ਫਿਰ ਉਸਨੇ ਆਪ ਸ਼ਹਿਰ ਲੁੱਟਣਾ ਸ਼ੁਰੂ ਕਰ ਦਿੱਤਾ। ਮਿਸਲਾਂ ਦੀ ਇੱਕ ਹੋਰ ਗੁੱਟਬੰਦੀ ਹੋ ਗਈ। ਸ਼ੁਕਰ ਚੱਕੀਆ ਨੇ ਰਾਮਗੜੀਆ ਨੂੰ ਫਿਰ ਮਾਝੇ ਵਿੱਚ ਵਾਪਸ ਬੁਲਾ ਲਿਆ ਤੇ ਦੋਵਾਂ ਮਿਸਲਾਂ ਨੇ ਕਟੋਚ ਰਾਜਪੂਤਾਂ ਨੂੰ ਨਾਲ ਲੈ ਕੇ ਕਨਈਆ ਨਾਲ ਲੜਾਈ ਲੜੀ। ਕਦੇ ਇੱਕ ਗੁੱਟ ਨਾਲ ਤੇ ਕਦੇ ਦੂਸਰੇ ਧੜੇ ਨਾਲ ਰਲਣ ਵਾਲੀ ਘਿਨੌਣੀ ਖੇਡ ਕਾਫੀ ਚਿਰ ਜਾਰੀ ਰਹੀ। ਸਭ ਤੋਂ ਵਧੇਰੇ ਚਤਰ ਤੇ ਨਿਪੁੰਨ ਸਾਜ਼ਿਸ਼ੀ ਮਹਾਂ ਸਿੰਘ ਸ਼ੁਕਰ ਚੱਕ ਸੀ।
ਜੰਮੂ ਦੀ ਦੌਲਤ ਨਾਲ ਉਸਨੇ ਆਪਣੇ ਘਰਾਣੇ ਨੂੰ ਬਹੁਤ ਅਮੀਰ ਬਣਾ ਲਿਆ ਤੇ ਆਪਣੇ ਚੁਸਤ ਦਿਮਾਗ ਤੇ ਸ਼ਕਤੀਸ਼ਾਲੀ ਬਾਹੂਬਲ ਤੇ ਸੈਨਾ ਦੇ ਸਹਾਰੇ ਉਸਨੇ ਸ਼ੁਕਰ ਚੱਕੀਆ ਮਿਸਲ ਨੂੰ ਦੂਸਰੀ ਵੱਡੀ ਮਿਸਲ ਬਣਾ ਲਿਆ। ਉਹ ਭੰਗੀਆਂ ਨੂੰ ਜਿੱਤਣ ਵਾਲਾ ਹੀ ਸੀ ਜਦ ਬੇਵਕਤੀ ਮੌਤ ਨੇ 1792 ਈਸਵੀ ਵਿੱਚ ਉਸ ਦੀ ਜੀਵਨ ਲੀਲਾ ਤੇ ਜਿੱਤਾਂ ਦਾ ਕਾਰਜ ਸਮਾਪਤ ਕਰ ਦਿੱਤਾ। ਜੇ ਖਾਲਸੇ ਦੀ ਸਿਰਜਣਾ ਦੇ ਮਗਰੋਂ 100 ਸਾਲਾਂ ਦਾ ਵਹੀ ਖਾਤਾ ਤਿਆਰ ਕਰਨਾ ਹੋਵੇ ਤਾਂ ਪ੍ਰਾਪਤੀ ਵਾਲੇ ਖਾਨੇ ਵਿੱਚ ਸਭ ਤੋਂ ਮਹੱਤਵਪੂਰਨ ਪ੍ਰਾਪਤੀ ਪੰਜਾਬੀ ਰਾਸ਼ਟਰਵਾਦ ਦੀ ਪੁਨਰ ਸਰਜੀਤੀ ਦਾ ਇੰਦਰਾਜ ਹੋਵੇਗਾ, ਜਿਸ ਨੂੰ ਬੰਦੇ ਨੇ ਖਤਮ ਕਰ ਦਿੱਤਾ ਸੀ। ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਅਤੇ ਭੰਗੀ ਸਰਦਾਰਾਂ ਨੇ ਨਾ ਕੇਵਲ ਖਾਲਸਾ ਰਾਸ਼ਟਰ ਮੰਡਲ ਦੀ ਸਿਰਜਣਾ ਹੀ ਕੀਤੀ, ਸਗੋਂ ਮੁਸਲਮਾਨ ਕਿਸਾਨਾਂ ਦਾ ਭਰੋਸਾ ਵੀ ਜਿੱਤਿਆ। ਇਸ ਦਾ ਸਿਹਰਾ ਸਿੱਖ ਨੇਤਾਵਾਂ ਦੇ ਸਿਰ ਵੀ ਹੈ ਅਤੇ ਇਰਾਨੀ ਤੇ ਅਫਗਾਨ ਹਮਲਾਵਰਾਂ ਤੇ ਉਹਨਾਂ ਦੇ ਮੁਗਲ ਸਹਿਯੋਗੀਆਂ ਨੂੰ ਸਿੱਖਾਂ ਦੇ ਡਰ ਕਾਰਨ ਵੀ ਜਾਂਦਾ ਹੈ। ਇਹਨਾਂ ਔਕੜਾਂ ਭਰੇ ਸਾਲਾਂ ਵਿੱਚ ਸਿੱਖਾਂ ਨੇ ਕੇਵਲ ਹਮਲਾਵਰਾਂ ਵਿਰੁੱਧ ਦੇਸ਼ ਦੀ ਅਗਵਾਈ ਹੀ ਨਹੀਂ ਕੀਤੀ, ਸਗੋਂ ਅਚੇਤ ਹੀ ਇਹ ਧਾਰਨਾ ਪੈਦਾ ਕਰ ਦਿੱਤੀ ਕਿ ਪੰਜਾਬ ਦਾ ਵਧੇਰੇ ਭਲਾ ਹੋਵੇਗਾ ਜੇਕਰ ਇਹ ਕਾਬਲ ਦੀ ਹਕੂਮਤ ਜਾਂ ਮੁਗਲ ਸਾਮਰਾਜ ਦਾ ਅੰਗ ਬਣਨ ਨਾਲੋਂ ਪੰਜਾਬੀਆਂ ਦੇ ਅਧੀਨ ਹੀ ਹੋਵੇ। ਵਹੀ ਖਾਤੇ ਦੇ ਘਾਟੇ ਵਾਲੇ ਪਾਸੇ ਇਹ ਗੱਲ ਦਰਜ ਕੀਤੀ ਜਾਵੇਗੀ ਕਿ ਮਿਸਰਾਂ ਦੀ ਇਤਨੀ ਗਿਰਾਵਟ ਹੋ ਗਈ ਸੀ ਕਿ ਉਹ ਸੁਤੰਤਰਤਾ ਸੰਗਰਾਮ ਦੇ ਦਲ ਬਣਨ ਦੀ ਥਾਂ ਲੁਟੇਰਿਆਂ ਦੇ ਗਰੋਹ ਬਣ ਗਏ ਤੇ ਜਦੋਂ ਉਹ ਆਪਸ ਵਿੱਚ ਲੜਨ ਲੱਗੇ ਤਾਂ ਪੰਜਾਬ ਵਿੱਚ ਅਰਾਜਕਤਾ ਫੈਲ ਗਈ। ਇਹ ਹੁਣ ਸਾਫ਼ ਹੀ ਦਿਸਣ ਲੱਗ ਪਿਆ ਸੀ ਕਿ ਮਿਸਰਾਂ ਦਾ ਵਕਤ ਲੰਘ ਗਿਆ ਸੀ ਤੇ ਜੇ ਪੰਜਾਬ ਨੇ ਸੁਤੰਤਰ ਰਹਿਣਾ ਸੀ ਤਾਂ ਇਹ ਇੱਕ ਵਿਅਕਤੀ ਦੇ ਅਧੀਨ ਇਕਮੁੱਠ ਰਹੇ ਜਿਸ ਦੇ ਵਿੱਚ ਮਿਸਲਾਂ ਨੂੰ ਖਤਮ ਕਰ ਦੇਣ ਦੀ ਤਾਕਤ ਵੀ ਹੋਵੇ ਤੇ ਇੱਕ ਅਜਿਹਾ ਰਾਜ ਕਾਇਮ ਕਰਨ ਦੀ ਨੀਝ ਤੇ ਸੂਝ ਵੀ ਹੋਵੇ ਜਿਸ ਨੂੰ ਸਾਰੇ ਪੰਜਾਬੀ, ਮੁਸਲਮਾਨ, ਹਿੰਦੂ ਤੇ ਸਿੱਖ ਆਪਣਾ ਰਾਜ ਕਹਿ ਸਕਣ। ਇਹ ਵਿਸ਼ਲੇਸ਼ਣ ਇੱਕ ਅੰਗਰੇਜ਼ੀ ਯਾਤਰਾ ਫੋਸਟਰ ਨੇ 1783 ਵਿੱਚ ਕੀਤਾ ਜਦੋਂ ਉਸਨੇ ਲਿਖਿਆ ਸੀ, ਜੇ ਭਵਿੱਖ ਵਿੱਚ ਸਿੱਖਾਂ ਨੂੰ ਆਪਣੇ ਰਾਜ ਤੇ ਧਰਮ ਨੂੰ ਸਥਿਰ ਰੱਖਣ ਲਈ ਸਾਂਝੇ ਯਤਨ ਦੀ ਲੋੜ ਹੋਈ ਤਾਂ ਹੋ ਸਕਦਾ ਕਿ ਅਸੀਂ ਕੋਈ ਅਜਿਹਾ ਵੱਡੇ ਮਨਸੂਬਿਆਂ ਵਾਲਾ ਸਰਦਾਰ ਵੇਖ ਸਕੀਏ ਜੋ ਆਪਣੇ ਸਾਥੀਆਂ ਦੀ ਸ਼ਕਤੀ ਨੂੰ ਸਮਾਪਤ ਕਰਕੇ ਆਪਣੀ ਯੋਗਤਾ ਤੇ ਸਫਲਤਾ ਨਾਲ ਸਿੱਖ ਸੰਘ ਦੇ ਖੰਡਰਾਂ ਉੱਤੇ ਰਾਜਤੰਤਰ ਸਥਾਪਿਤ ਕਰ ਲਵੇ। ਇਹ ਭਵਿੱਖਬਾਣੀ ਵਰਗੇ ਸ਼ਬਦ ਉਸ ਸਮੇਂ ਲਿਖੇ ਗਏ ਸਨ ਜਦੋਂ ਸ਼ੁਕਰ ਚੱਕੀਆ ਮਿਸਲ ਦੇ ਰਣਜੀਤ ਸਿੰਘ ਦੀ ਉਮਰ ਸਿਰਫ 3 ਸਾਲ ਦੀ ਸੀ। ਬਾਕੀ ਇਸ ਪੁਸਤਕ ਦੇ ਅਗਲੇ ਭਾਗ 3 ਦੇ ਕਾਂਡ 10 ਵਿੱਚ। ਧੰਨਵਾਦ।